द स्टैलिन न्यूज़ देख रहे सारे दर्शकों का स्वागत है। मैं हाँ दर्शकों ਅਸੀਂ ਅੱਜ ਪਹੁੰਚੇ ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਦੇ ਇਹੋ ਜਿਹੇ ਇਲਾਕੇ ਦੇ ਵਿੱਚ ਜਿੱਥੇ ਦੇ ਲੋਕਾਂ ਨੂੰ ਸਿਗਲੀ ਘਰਾਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਜਿਹੜੇ ਕਿ ਸਾਡੇ ਆਮ ਤੌਰ ਤੇ ਘਰਾਂ ਦੇ ਵਿੱਚ ਆਉਂਦੇ ਨੇ, ਬਰਤਨ ਵੇਚਦੇ ਨੇ, ਬਰਤਨ ਬਣਾਉਂਦੇ ਨੇ ਘਰਾਂ ਦੇ। ਸਾਡੇ ਰਸੋਈ ਦਾ ਜਿਹੜਾ ਜਿੰਨਾ ਵੀ ਮਟੀਰੀਅਲ ਹੁੰਦਾ ਯੂਜ਼ ਆਉਣ ਵਾਲਾ ਉਹ ਸਾਰਾ ਸਿਗਲੀ ਘਰ ਬਣਾਉਂਦੇ ਨੇ। ਤੇ ਅਸੀਂ ਕਦੇ ਵੀ ਇਹਨਾਂ ਦੇ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ, ਇਹ ਕਿ ਕੌਣ ਹੈ, ਇਹ ਕਿੱਥੋਂ ਆਏ ਨੇ। ਤੇ ਇਹਨਾਂ ਦਾ ਅਸੀਂ ਅੱਜ ਇਤਿਹਾਸ ਤੁਹਾਨੂੰ ਦੱਸਣ ਵਾਸਤੇ ਇੱਥੇ ਪਹੁੰਚੇ ਹਾਂ, ਕਿਉਂਕਿ ਸਾਨੂੰ ਵੀ ਪਤਾ ਚੱਲਿਆ ਸੀ ਕਿ ਜਿਹੜੇ ਸਿਗਲੀ ਘਰ ਨੇ ਸਾਡੇ ਗੁਰੂਆਂ ਦੇ ਟਾਈਮ ਤੋਂ ਚੱਲੇ ਆ ਰਹੇ ਨੇ, ਜਿਹੜੇ ਸਾਡੇ ਗੁਰੂਆਂ ਦੇ ਨਾਲ ਉਹਨਾਂ ਦੇ ਯੁੱਧ ਦੇ ਵਿੱਚ ਵੀ ਸਹਿਯੋਗ ਦਿੰਦੇ ਰਹੇ ਨੇ ਤੇ ਉਹਨਾਂ ਨੂੰ ਹਥਿਆਰ ਬਣਾ ਕੇ ਦਿੰਦੇ ਰਹੇ ਨੇ ਤੇ ਉਹਨਾਂ ਦੇ ਨਾਲ ਲੜਾਈਆਂ ਵੀ ਲੜਦੇ ਰਹੇ ਨੇ। ਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਗੁਰੂਆਂ ਦੇ ਨਾਲ ਉਹਨਾਂ ਦੇ ਲੜਾਈਆਂ ਦੇ ਵਿੱਚ। ਇਸ ਏਰੀਆ ਦਾ ਆਪਾਂ ਦੌਰਾ ਕਰਾਂਗੇ, ਤੁਹਾਨੂੰ ਦਿਖਾਵਾਂਗੇ ਕਿ ਜਿਹੜੇ ਕਦੀ ਹਥਿਆਰ ਬਣਾਉਂਦੇ ਹੁੰਦੇ ਸੀ ਸਾਡੇ ਗੁਰੂਆਂ ਲਈ ਤੇ ਉਹ ਅੱਜ ਬਰਤਨ ਬਣਾ ਰਹੇ ਨੇ ਤੇ ਆਪਣੇ ਘਰ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਲ ਦੇ ਨਾਲ ਕਰ ਰਹੇ ਨੇ। ਤੇ ਇੱਦਾਂ ਦੀ ਜਗ੍ਹਾ ਦੇ ਵਿੱਚ ਰਹਿ ਰਹੇ ਨੇ ਜਿੱਥੇ ਆਮ ਲੋਕ ਇੱਥੇ ਆਉਣਾ ਵੀ ਪਸੰਦ ਨਹੀਂ ਕਰਦੇ ਨੇ। ਇਹਨਾਂ ਦੇ ਨਾਲ ਗੱਲ ਕਰਾਂਗੇ ਕਿਉਂਕਿ ਕੁਝ ਸੁਸਾਇਟੀਆਂ ਨੇ ਜਿਨ੍ਹਾਂ ਨੇ ਇਹਨਾਂ ਵੱਲ ਧਿਆਨ ਕੀਤਾ ਹੈ ਤੇ ਇਹਨਾਂ ਦਾ ਹੱਥ ਫੜਿਆ ਹੈ ਤੇ ਇਹਨਾਂ ਨੂੰ ਵਿਕਾਸ ਦੇ ਰਾਹਾਂ ਦੇ ਉੱਤੇ ਅੱਗੇ ਲਿਜਾਣ ਵਾਸਤੇ ਇੱਕ ਛੋਟਾ ਜਿਹਾ ਪ੍ਰਯਾਸ ਕੀਤਾ ਹੈ, ਜਿਸ ਦੇ ਚੱਲਦੇ ਸ਼੍ਰੀ ਗੁਰੂ ਨਾਨਕ ਦੇਵ ਇੰਟਰਨੈਸ਼ਨਲ ਐਜੂਕੇਸ਼ਨ ਟਰਸਟ ਨੇ ਇਹਨਾਂ ਦਾ ਹੱਥ ਫੜਿਆ ਹੈ, ਜਿਨ੍ਹਾਂ ਨੇ ਬੱਚਿਆਂ ਨੂੰ ਐਜੂਕੇਟ ਕਰਨ ਦਾ ਇੱਕ ਬੀੜਾ ਉਠਾਇਆ ਹੈ ਤੇ ਨਾਲ ਹੀ ਇੱਕ ਐਲੀਮੈਂਟਰੀ ਸਕੂਲ ਹੈ ਜਿਹਨੂੰ ਉਹ ਸੁਸਾਇਟੀ ਨੇ ਅਡਾਪਟ ਕੀਤਾ ਹੈ, ਜਿਹਦੇ ਵਿੱਚ ਇਹਨਾਂ ਦੇ ਬੱਚੇ ਪੜ੍ਹਦੇ ਨੇ। ਤੇ ਇਹਨਾਂ ਦੇ ਨਾਲ ਗੱਲ ਕਰਦੇ ਆ, ਇਹਨਾਂ ਦੇ ਇਤਿਹਾਸ ਬਾਰੇ ਜਾਣਦੇ ਆ ਤੇ ਤੁਹਾਨੂੰ ਵੀ ਇਹਨਾਂ ਦੇ ਇਤਿਹਾਸ ਬਾਰੇ ਜਾਣੂ ਕਰਾਉਂਦੇ ਨੇ ਕਿ ਇਹ ਲੋਕ ਕੌਣ ਨੇ ਤੇ ਕਿੱਥੋਂ ਆਏ ਨੇ ਤੇ ਕੀ ਇਹਨਾਂ ਦਾ ਇਤਿਹਾਸ ਹੈ। ਕੀ ਨਾਮ ਹੈ ਆਪਣਾ? ਹਰਦਮ ਸਿੰਘ ਜੀ। ਕਦੋਂ ਤੋਂ ਇੱਥੇ ਰਹਿ ਰਹੇ ਹੋ? ਇੱਥੇ ਵਣਜੇ ਦਾ ਸੀ 1980 ਦੇ ਰਹਿ ਰਹੇ ਹਾਂ। 1980 ਤੇ ਰਹਿ ਰਹੇ ਆ। ਤੇ ਆਹ ਜਿਹੜਾ ਕੰਮ ਤੁਸੀਂ ਕਰਦੇ ਹੋ ਕਦੋਂ ਤੋਂ ਕਰ ਰਹੇ ਹੋ? ਇਹ ਤਾਂ ਬਚਪਨ ਤੇ ਕਰ ਰਹੇ ਹਾਂ ਜਿਵੇਂ ਕੰਮ। ਬਚਪਨ ਤੋਂ ਕਰ ਰਹੇ? ਸਿਰਫ ਬਣਾਉਂਦੇ ਹੋ ਜਾਂ ਵੇਚਦੇ ਵੀ ਹੋ ਬਾਹਰ? ਵੇਚਦੇ ਆ ਜੀ ਬਣਾ ਕੇ। ਅੱਛਾ, ਤੁਸੀਂ ਖੁਦ ਹੀ ਬਣਾਉਂਦੇ ਹੋ ਤੇ ਖੁਦ ਹੀ ਵੇਚਦੇ ਹੋ? ਖੁਦ ਹੀ ਵੇਚਦੇ ਆ। ਤੇ ਜਿੰਨਾ ਤੁਸੀਂ ਮਿਹਨਤ ਕਰਦੇ ਹੋ ਇਹਨੂੰ ਬਣਾਉਣ ਲਈ ਤੇ ਇੰਨਾ ਮੁੱਲ ਪੈਂਦਾ ਹੈ ਬਾਹਰ? ਮੁੱਲ ਪੈਣ ਜੀ ਬਸ ਉਹੀ ਬਚਦਾ, ਬਸ ਰੋਟੀ ਪਾਣੀ ਨਿਕਲੀ ਆਉਂਦਾ, ਬਸ ਥੋੜਾ ਬਹੁਤਾ ਖਰਚਾ ਪਾਣੀ ਨਿਕਲੀ ਜਾਂਦਾ ਜੀ, ਇਦਾਂ ਹੀ ਹੈ ਬਸ। ਹਾਂ, ਘਰ 'ਚ ਕੌਣ ਕੌਣ ਰਹਿੰਦਾ ਹੈ? ਘਰ 'ਚ ਬਸ ਇੱਕ ਮੁੰਡਾ ਹੈਗਾ ਜੀ, ਬਸ ਇੱਕ ਮੁੰਡਾ ਹੋਰ ਹੈਗਾ ਦੂਜਾ। ਪੜ੍ਹਦੇ ਆ? ਆਹ 7 ਜਣੇ ਰਹਿੰਦੇ। ਸੱਤ। ਪੜ੍ਹਦੇ ਨਿਆਣੇ ਪੜ੍ਹਦੇ ਆ? ਕੁੜੀ ਵਾਲੀ ਛੋਟੀ ਹੈ ਪਾਣੀ ਛੋਟੀ ਵਾਲੀ ਕੁੜੀ ਜੀ, ਪੋਤੀ ਹੈਗੀ ਜੀ। ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਇਹ ਬਾਜ਼ਾਰਾਂ ਦੇ ਵਿੱਚ ਵੇਚਦੇ ਹੋ ਤਾਂ ਇੰਨਾ ਮੁੱਲ ਨਹੀਂ ਪੈਂਦਾ, ਸਿਰਫ ਖਾਣ ਪੀਣ ਜੋਗਾ ਨਿਕਲਦਾ ਹੈ ਨਾ। ਤੇ ਆਹ ਮਟੀਰੀਅਲ ਜਿਹੜਾ ਲੱਗਦਾ ਹੈ ਯੂਜ਼ ਹੁੰਦਾ ਹੈ, ਕਿੱਥੋਂ ਲੈ ਕੇ ਆਉਂਦੇ? ਇਹ ਕੁਆੜੀਏ ਤੇ ਲੈ ਕੇ ਆਉਂਦੇ ਜੀ। ਗੱਲ ਕਰੀਏ ਆਪਾਂ ਤੁਹਾਡੇ ਪੂਰਵਜਾਂ ਦੀ, ਤਾਂ ਆਪਾਂ ਸੁਣਿਆ ਹੈ ਕਿ ਜਿਹੜੇ ਹਥਿਆਰ ਵਗੈਰਾ ਤੁਸੀਂ ਪਹਿਲੇ ਬਣਾਉਂਦੇ ਹੁੰਦੇ ਸੀ, ਕੀ ਇਤਿਹਾਸ ਸੀਗਾ? ਭਾਈ ਬਚਿੱਤਰ ਸਿੰਘ ਸੀ, ਉਹ ਸਾਡੇ ਸਿਕਲੀ ਗੱਲ ਸੀ, ਉਹਨੇ ਬਣਵਾਏ ਸੀ ਹਥਿਆਰ ਸੂਰ ਜੀ, ਪੁਰਾਣੇ ਜ਼ਮਾਨੇ ਗੁਰੂ ਗੋਬਿੰਦ ਦੇ ਟਾਈਮ ਦੇ ਵਿੱਚ ਹਥਿਆਰ ਬਣਾਉਂਦੇ ਹੁੰਦੇ ਸੀ ਤੁਸੀਂ, ਤਾਂ ਅੱਜ ਤੁਹਾਨੂੰ ਆਹ ਕੰਮ ਕਰਨਾ ਪੈ ਰਿਹਾ ਕਿ ਤੁਸੀਂ ਘਰਾਂ ਦੇ ਵਿੱਚ ਜਿਹੜਾ ਯੂਜ਼ ਹੋਣ ਵਾਲਾ ਸਮਾਨ ਉਹ ਬਣਾ ਰਹੇ ਹੋ। ਤਾਂ ਹਾਂ, ਹੁਣ ਰਿਪੇਅਰ ਦਾ ਕੰਮ ਕਰਨ ਜਾਂਦੇ ਜੀ ਪਿੰਡਾਂ 'ਚ, ਬਾਲਟੀਆਂ ਟੱਪ ਟੁੱਪ ਹੋਇਆ, ਕਢਾਈ ਤਸਲਾ ਟਰੰਕ ਪੇਟੀਆਂ ਹੀ ਠੀਕ ਕਰਦੇ ਜਾ ਕੇ। ਕੀ ਨਾਮ ਹੈ ਆਪਣਾ? ਤੇਜ ਕੌਰ ਕਦੋਂ ਤੋਂ ਇੱਥੇ ਰਹਿ ਰਹੇ ਹੋ? ਜੀ ਸੰਤਾਂ ਨੇ ਦੱਸਿਆ ਮੈਨੂੰ ਤੇ ਆਦਮੀ ਰਹਿੰਦਾ ਬਹੁਤ ਚਿਰ ਦੇ ਇੱਥੇ। ਅੱਛਾ ਜੀ। ਤੇ ਤੁਹਾਨੂੰ ਪਤਾ ਹੈ ਆਪਣੇ ਇਤਿਹਾਸ ਬਾਰੇ ਕਿ ਪਹਿਲੇ ਹਥਿਆਰ ਬਣਾਏ ਜਾਂਦੇ ਸੀਗੇ? ਜਿੱਦਾਂ ਪਹਿਲਾਂ ਸਾਨੂੰ ਦੱਸਿਆ ਗਿਆ ਵੀ ਸਾਡੀ ਕੌਮ ਦਾ ਬੰਦਾ ਸੀ ਵੀ ਹਥਿਆਰ ਜਿੱਦਾਂ ਗੁਰੂ ਗੋਬਿੰਦ ਸਿੰਘ ਦੇ ਟਾਈਮ ਤੇ ਬਣਾਏ, ਤਾਂ ਗੁਰੂ ਨੇ ਸਾਡਾ ਨਾਮ ਸਿਕਲੀਗਰ ਰੱਖ ਦਿੱਤਾ। ਅੱਛਾ ਜੀ। ਤਾਂ ਉਹ ਤਾਂ ਨਾਮ ਸਾਡਾ ਸਿਕਲੀਗਰ ਹੀ ਆ ਰਿਹਾ ਹੈ, ਤਾਂ ਗੁਰੂ ਦੇ ਟਾਈਮ ਦਾ ਹੀ ਨਾਮ ਚੱਲ ਰਿਹਾ ਹੈ ਸਾਡਾ। ਤਾਂ ਉਹ ਤੋਂ ਬਾਅਦ ਤਾਂ ਹੁਣ ਆਪਣੀ ਰੋਟੀ ਰੋਜ਼ਗਾਰ ਨੂੰ ਕਈ ਕੰਮ ਲੋਕਾਂ ਨੇ, ਕੋਈ ਬਾਲਟੀ ਬਣਾਉਂਦਾ, ਕੋਈ ਟਰੰਕ ਪੇਟੀਆਂ ਠੀਕ ਕਰਦਾ, ਬਸ ਇਦਾਂ ਦੀ ਕੰਮ ਚੱਲਦਾ। ਅਸੀਂ ਵੇਚਿਆ ਹੁੰਦੇ ਆ ਵੀ ਸਾਡੀ ਵੀ ਕੋਈ ਜ਼ਿੰਦਗੀ ਬਦਲੇ, ਤੇ ਸਾਰੀ ਉਮਰ ਇਹ ਕੰਮ ਕਰਦੇ ਆ। ਅੱਗੇ ਨਾ ਦੇ ਤਾਂ ਦਾਦਾ ਪੜਦਾਦਾ ਨੇ ਕੀਤਾ, ਫਿਰ ਅਸੀਂ ਵੀ ਇਹੀ ਕਰਦੇ ਆ, ਸਾਡੇ ਬੱਚੇ ਵੀ ਫਿਰ ਇਹੀ ਕਰਨਗੇ। ਥੋੜਾ ਬਦਲਾਅ ਆ ਜਾਏ ਤਾਂ ਖਾ ਹੈ, ਕੋਈ ਬਦਲਾਅ ਨਹੀਂ ਆ ਰਿਹਾ। ਆ ਜਾਏ ਤਾਂ ਫਿਰ ਸਾਡੇ ਬੱਚੇ ਵੀ ਅੱਗੇ ਸੁਧਾਰ ਕਰ ਸਕਣ। ਹਾਂਜੀ, ਬੱਚਿਆਂ ਦਾ ਸੁਧਾਰ ਹੋ ਜਾਏ। ਤੁਸੀਂ ਦੇਖ ਰਹੇ ਹੋ ਕਿ ਇੱਥੇ ਰਿਪੇਅਰ ਕਰ ਰਹੇ ਨੇ ਭਾਂਡਿਆਂ ਦੀ। ਇਹਨਾਂ ਦੇ ਨਾਲ ਗੱਲ ਕਰਦੇ ਆ। ਕੀ ਨਾਮ ਹੈ ਆਪਣਾ? ਅਮਰ ਸਿੰਘ। ਕਿੰਨੇ ਟਾਈਮ ਤੋਂ ਇੱਥੇ ਰਹਿ ਰਹੇ ਹੋ? ਇੱਥੇ 40-45 ਸਾਲ ਦੇ 40-45 ਸਾਲਾਂ ਤੋਂ ਇਹੀ ਕੰਮ ਕਰ ਰਹੇ ਹੋ? ਇਹੀ ਕਰ ਰਹੇ। ਤੇ ਕਿੰਨਾ ਕੁ ਬਚ ਜਾਂਦਾ ਹੈ? ਬਸ ਰੋਟੀ ਦਾ ਗੁਜ਼ਾਰਾ ਚੱਲ ਜਾਂਦਾ, ਬਸ ਕੋਈ 300-400 ਰੁਪਈਆ ਦਿਹਾੜੀ ਪੈ ਜਾਂਦੀ। ਅੱਛਾ, ਤੇ ਆਹ ਸਮਾਨ ਵਗੈਰਾ ਕਿੱਥੋਂ ਲੈ ਕੇ ਆਉਂਦੇ ਹੋ ਸਾਰਾ ਰਿਪੇਅਰਿੰਗ? ਇਹ ਸਮਾਨ ਲੈ ਆਉਂਦੇ ਜੇ ਕੁਆੜੀਆਂ ਤੇ ਪੁਰਾਣਾ ਰਿਪੇਅਰ ਪੁਰਾਣਾ ਪੂਣਾ ਲਿਆ ਕੇ ਤਾਂ ਬਣਾ ਕੇ ਫਿਰ ਵੇਚਦੇ ਪਿੰਡਾਂ 'ਚ, ਅੱਛਾ। ਗਾਉਂ 'ਚ।
ਪਿੰਡਾਂ ਦੇ ਵਿੱਚ ਹਾਂਜੀ। ਮਤਲਬ ਤੁਸੀਂ ਪੁਰਾਣਾ ਸਮਾਨ ਲਿਆ ਕੇ ਇਹਨੂੰ ਹਾਂਜੀ। ਚੰਗੀ ਤਰ੍ਹਾਂ ਫਿਰ ਪਾਲਿਸ਼ ਵਗੈਰਾ ਵੀ ਕਰਦੇ ਹਨ ਕਰਕੇ ਸਫਾਈ ਨਵਾਂ ਕਰਕੇ ਬਣਾ ਫਿਰ ਦੇਣਾ। ਨਵਾਂ ਬਣਾ ਦੇਣਾ, ਫਿਰ ਵੇਚਦੇ। ਠੀਕ ਹੈ। ਤੁਹਾਨੂੰ ਪਤਾ ਹੈ ਤੁਹਾਡੇ ਇਤਿਹਾਸ ਬਾਰੇ? ਹਾਂਜੀ, ਮਹਾਰਾਣਾ ਪ੍ਰਤਾਪ ਸਿੰਘ ਦੇ ਯਾਦ ਦੇ ਸ਼ਕਲੀਗਰ ਹਾਂਜੀ। ਕੀ ਚਤੌੜ- ਕਰਦੇ ਹੁੰਦੇ ਸੀ ਉਦੋਂ? ਵਦੋਂ ਇਹ ਕਿਰਪਾਨਾਂ ਬਣਾਉਂਦੇ ਸੀ, ਹਥਿਆਰ ਬਣਾਉਂਦੇ ਸੀ, ਹਾਂਜੀ। ਖੰਡੇ ਵਗੈਰਾ ਬਣਾਉਂਦੇ ਸੀ, ਇਦਾਂ ਦੇ ਕਿਰਪਾਨਾਂ ਬਣਾਉਂਦੇ ਸੀ ਸਾਡੇ ਸਿਆਣੇ ਬਜ਼ੁਰਗ ਪਹਿਲੇ। ਤੇ ਹੁਣ ਕੀ ਕਾਰਨ ਹੈ ਕਿ ਹਥਿਆਰ ਵਗੈਰਾ ਬਣਾਏ ਜਾਂਦੇ ਸੀ ਜਿਹੜੇ ਪਹਿਲੇ ਹੁਣ ਨਹੀਂ ਬਣਾਏ ਜਾ ਰਹੇ? ਉਹਨੇ ਉਹ ਬਜ਼ੁਰਗ ਵਿਚਾਰੇ ਹੁਣ ਉਹ ਚੱਲ ਗਏ, ਉਹ ਜਿਹੜੇ ਬਣਾਉਂਦੇ ਸੀ ਪਹਿਲੇ, ਉਹ ਕਾਫੀ ਟਾਈਮਾਂ ਦੀ ਗੱਲ ਹੈ ਜੀ। ਤੇ ਅਸੀਂ ਦੇਖ ਰਹੇ ਹਾਂ ਕਿ ਆਹ ਜਿੱਦਾਂ ਤੁਸੀਂ ਆਪਣੇ ਘਰ ਨੂੰ ਬੜਾ ਅੱਛਾ ਸਜਾਇਆ ਹੋਇਆ ਹੈ ਖਿੜਕੇ ਲਗਾ ਕੇ, ਹਨਾ? ਤੇ ਇਹ ਤੁਸੀਂ ਖੁਦ ਬਣਾਉਂਦੇ ਹੋ ਜਾਂ ਇਹਨੂੰ ਬਾਜ਼ਾਰ ਤੋਂ ਲੈ ਕੇ? ਇਹ ਖੁਦ ਹੀ ਬਣਾਉਂਦੇ ਜੀ। ਖੁਦ ਬਣਾਉਂਦੇ ਖੁਦ ਹੀ ਹੋ? ਤੇ ਬਣਾਉਂਦੇ। ਖੁਦ ਬਣਾ ਕੇ ਵੇਚਦੇ ਵੀ ਹੋ ਜਾਂ ਸਿਰਫ ਆਪਣੇ ਘਰ ਨਹੀਂ, ਲਈ? ਆਪਣੇ ਘਰ ਲਈ ਬਣਾਉਂਦੇ, ਅੱਛਾ, ਇਹ ਨਹੀਂ ਵੇਚਦੇ। ਇਹ ਨਹੀਂ ਵੇਚ। ਠੀਕ ਹੈ। ਤੇ ਕਿੰਨੀ ਕੁ ਮਿਹਨਤ ਲੱਗਦੀ ਹੈ ਇਹਨਾਂ ਨੂੰ ਬਣਾਉਣ ਲਈ? ਮਿਹਨਤ ਜੀ ਲੱਗ ਜਾਂਦੀ ਹੈ, ਕਾਫੀ ਟਾਈਮ ਲੱਗ ਜਾਂਦਾ। ਹੁਣ ਬੈਠੇ ਹਾਂ ਸਵੇਰ ਦਾ, ਹੁਣ ਸ਼ਾਮ ਤੱਕ ਹੀ ਬਣ ਜਾਂਦੇ। ਅੱਛਾ। ਥੋੜੇ ਬਹੁਤੇ 200-400 ਰੁਪਏ ਦਾ, 500 ਰੁਪਏ ਦਾ ਸਮਾਨ ਬਣ ਜਾਂਦਾ। ਤੇ ਪਿੰਡਾਂ 'ਚ ਵੇਚ ਕੇ ਆਉਂਦੇ ਦੂਏ ਦਿਨ। ਘਰ 'ਚ ਕੌਣ ਕੌਣ ਹੈ? ਘਰ 'ਚ ਇੱਕ ਘਰ ਵਾਲੀ ਹੈ, 2 ਕੁੜੀਆਂ 3 ਮੁੰਡੇ। ਪੜ੍ਹਦੇ ਨੇ ਉਹ? ਹਾਂਜੀ, ਪੜ੍ਹਦੇ ਸੀ ਪਹਿਲੇ, ਹੁਣ ਹਟ ਗਏ ਲੋਕਡਾਊਨਾਂ 'ਚ। ਅੱਛਾ, ਲੋਕਡਾਊਨ ਦੇ ਵਿੱਚ ਜਦੋਂ ਮਤਲਬ ਸਾਰਾ ਬੰਦ ਸੀ ਉਦੋਂ ਪੜ੍ਹਨਾ ਛੱਡ ਦਿੱਤਾ, ਤੇ ਹੁਣ ਦੁਬਾਰਾ ਹਲੇ ਤੱਕ ਸਕੂਲ ਵਗੈਰਾ ਹਲੇ ਪ੍ਰੋਪਰ ਲੱਗਣੇ ਸ਼ੁਰੂ ਹੋਏ? ਹਾਂਜੀ ਹਾਂਜੀ। ਤੇ ਕਿਹੜੀ ਕਿਹੜੀ ਕਲਾਸ 'ਚ ਪੜ੍ਹਦੇ ਨੇ? ਇਹ 5ਵੀਂ 'ਚ ਪੜ੍ਹਦੇ ਛੋਟਾ ਮੁੰਡਾ, ਹਾਂਜੀ। ਕੋਈ 7ਵੀਂ 'ਚ ਪੜ੍ਹਦਾ ਸੀ, 8ਵੀਂ 'ਚ ਬਸ ਨਹੀਂ। ਤੇ ਕਿਸ ਤਰ੍ਹਾਂ ਦੇ ਨਾਲ ਪੜ੍ਹਾਈ ਦਾ ਖਰਚਾ ਹੁੰਦਾ ਹੈ ਸਾਰਾ, ਕਿੱਦਾਂ ਚੱਲਦਾ ਹੈ ਸਾਰਾ? ਉਹਦਾ ਗੌਰਮੈਂਟ ਸਕੂਲਾਂ 'ਚ ਚਲੋ ਖਰਚਾ ਪਾਣੀ, ਕਿਤਾਬਾਂ ਕਤੂਬਾਂ ਮਿਲ ਜਾਂਦੀਆਂ ਸੀ, ਚਲੋ ਥੋੜ੍ਹਾ ਬਹੁਤਾ ਇੱਧਰ 'ਤੇ ਵੀ ਟਾਈਮ ਪਾਸ ਹੋ ਜਾਂਦਾ, ਕੋਈ ਆਪਣੇ ਵੱਲ 'ਤੇ ਵੀ ਥੋੜ੍ਹਾ ਬਹੁਤਾ ਲਾ ਦਿੰਦੇ ਸੀ, ਅਤੇ ਇੱਦਾਂ ਕਰਦੇ ਸੀ ਪੜ੍ਹਾਈ। ਤੇ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਅਸੀਂ ਤੁਹਾਨੂੰ ਇਹਨਾਂ ਦੇ ਇਤਿਹਾਸ ਬਾਰੇ ਜਾਣੂ ਕਰਾਵਾਂਗੇ, ਤੇ ਇੱਥੇ ਕੁਝ ਮੋਹਤਵਾਰ ਬੰਦੇ ਬੈਠੇ ਨੇ, ਇਹਨਾਂ ਦੇ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕਿ ਕੀ ਇਤਿਹਾਸ ਰਿਹਾ ਹੈ ਸਿਗਲੀ ਘਰਾਂ ਦਾ। ਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਆਪਣਾ? ਗਿਆਨ ਸਿੰਘ ਜੀ, ਪੰਚਾਇਤ ਮੈਂਬਰ ਹਾਂ ਮੈਂ। ਅੱਛਾ ਜੀ। ਮੈਂ ਤੁਹਾਨੂੰ ਪਹਿਲੇ ਪੁਰਾਣਾ ਇਤਿਹਾਸ ਸੁਣਾਉਣ ਲੱਗਾ ਥੋੜਾ, ਵੀ ਸਾਡੇ ਸ਼ਿਕਲੀਗਰ ਜੀ ਸ੍ਰੀ ਹਰਗੋਬਿੰਦ ਸਿੰਘ ਨਾਲ ਰਹੇ ਸੀ, ਉਹਨਾਂ ਦਾ ਸਾਥ ਦਿੱਤਾ ਸੀ, ਹਥਿਆਰ ਬਣਾਉਂਦੇ ਸੀ ਤੇ ਆਪਣਾ ਹਥਿਆਰ ਬਣਾ ਕੇ ਗੁਜ਼ਾਰਾ ਕਰਦੇ ਸੀ। ਉਹਨਾਂ ਦਾ ਬਹੁਤ ਸਾਥ ਦਿੱਤਾ ਤੇ ਬੜੇ ਵਧੀਆ ਹਥਿਆਰ ਬਣਾਉਂਦੇ ਸੀ, ਬਹੁਤ ਚਿਰ ਰਹੇ ਸੀ ਉਹਨਾਂ ਦੇ ਨਾਲ। ਫਿਰ ਉਸ ਤੋਂ ਪਿੱਛੇ ਜੀ ਔਰੰਗਜ਼ੇਬ ਦਾ ਰਾਜ ਹੋ ਗਿਆ, ਹਥਿਆਰਾਂ ਦੀ ਪਾਬੰਦੀ ਹੋ ਗਈ, ਹਾਂਜੀ। ਸਾਡੀ ਰੋਜੀ ਰੋਟੀ ਖਤਮ ਹੋ ਗਈ ਤੇ ਮਾੜਾ ਮੋਟਾ ਤਸਲੇ ਕਢਾਈਆਂ ਦਾ ਕੰਮ ਫੜ ਲਿਆ। ਇੱਦਾਂ ਹੀ ਗੁਜ਼ਾਰਾ ਕਰਦੇ ਕਰਦੇ ਪਾਕਿਸਤਾਨ ਵਿੱਚ ਇੱਧਰ ਆ ਗਏ ਆਪਾਂ ਪੰਜਾਬ ਵਿੱਚ। ਇੱਥੇ 40-50 ਸਾਲ ਹੋ ਗਏ ਸਾਨੂੰ। ਉਸ ਤੋਂ ਬਾਅਦ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ, ਉਹਨਾਂ ਨਾਲ ਵੀ ਸਾਥ ਦਿੱਤਾ, ਜੰਗ ਕੀਤੇ, ਮੁਸਲਮਾਨਾਂ ਨਾਲ ਮੁਕਾਬਲੇ ਕੀਤੇ, ਬਹੁਤ ਸਾਥ ਦਿੱਤਾ। ਫਿਰ ਭਾਈ ਬਚਿੱਤਰ ਸਿੰਘ ਜੀ ਸਾਡਾ ਸ਼ਿਕਲੀਗਰ ਸੀ, ਉਹ ਵੀ ਚੰਗੇ ਜਥੇਦਾਰ ਸੀ। 4-5 ਭਰਾ ਸੀ, ਉਦੈ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਰਾਮ ਸਿੰਘ ਕਾਰੀਗਰ ਸੀ ਬੰਦਾ, ਹਥਿਆਰ ਬੰਦੂਕਾਂ ਤਲਵਾਰਾਂ ਬਣਾਉਂਦਾ ਸੀ ਉਹ। ਹਾਂਜੀ। ਉਸ ਤੋਂ ਬਾਅਦ ਜੀ ਇੱਦਾਂ ਹੀ ਫਿਰਦੇ ਤੁਰਦੇ ਔਰੰਗਜ਼ੇਬ ਦਾ ਰਾਜ ਹੋ ਗਿਆ, ਹਥਿਆਰਾਂ ਦੀ ਪਾਬੰਦੀ ਲੱਗ ਗਈ। ਫਿਰ ਇਹ ਮਾੜਾ ਮੋਟਾ ਕੰਮ ਸਾਡੇ ਸ਼ਿਕਲੀਗਰਾਂ ਨੇ ਸ਼ੁਰੂ ਕਰ ਦਿੱਤਾ। ਹੁਣ ਸਾਨੂੰ 50 ਸਾਲ ਇੱਥੇ ਹੋ ਗਏ ਜੀ, ਕੋਈ ਗੌਰਮੈਂਟ ਨੇ ਸਾਡੀ ਮਦਦ ਨਹੀਂ ਕੀਤੀ। ਵੋਟਾਂ ਲੈ ਕੇ ਚਲੇ ਜਾਂਦੇ ਆ, ਨੱਠ ਕੇ ਮਰ ਜਾਂਦੇ ਆ, ਕੋਈ ਫਰਿਆਦ ਹੀ ਨਹੀਂ ਸੁਣਦੇ ਜੀ। ਹੁਣ ਜੀ ਉਸ ਤੋਂ ਬਾਅਦ ਭਾਈ ਬਹਾਦਰ ਸਿੰਘ ਜੀ ਹੈਗੇ ਆ ਬਾਹਰ, ਭਾਈ ਰਣਜੀਤ ਸਿੰਘ ਜੀ ਹੈਗੇ ਆ, ਇਹ ਬਹੁਤ ਮਦਦ ਕਰਦੇ ਪਏ ਆ। 25-30 ਕਮਰੇ ਬਣਾਤੇ, ਕੋਈ ਸਕੂਲ ਦਾ ਕੰਮ ਇਹਨਾਂ ਨੇ ਸ਼ੁਰੂ ਕਰ ਦਿੱਤਾ ਜੀ। ਮੈਂ ਕਹਿੰਦਾ ਵੀ ਕੋਈ ਸਰਕਾਰ ਸਾਡੀ ਮਦਦ ਕਰੇ, ਸਿੱਖੀ ਕੌਮ ਹੈ ਜਿਹੜੀ, ਉਹ ਵੀ ਸਾਡੀ ਮਦਦ ਕਰੇ। ਵੀ ਸ਼ਿਕਲੀਗਰ ਕੌਮ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸੀ, ਇਹ ਐਵੇਂ ਘਰ ਧੱਕੇ ਖਾਂਦੇ ਫਿਰਦੇ ਆ, ਕੋਈ ਨੌਕਰੀ ਨਹੀਂ, ਮਿਹਨਤ ਕਰਦੇ ਆ, ਗੁਜ਼ਾਰਾ ਨਹੀਂ ਚੱਲਦਾ ਜੀ। ਬੜੀ ਕਿਰਪਾ ਹੋਏਗੀ ਸਰਕਾਰ ਦੀ ਵੀ,
ਸਿੱਖੀ ਕੌਮ ਦੀ ਵੀ ਸਾਡੀ ਬਲਾਦਰੀ ਨੂੰ ਥੋੜਾ ਜਿਹਾ ਉੱਚਾ ਚੱਕਿਆ ਜਾਵੇ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪ੍ਰੋਫੈਸਰ ਬਹਾਦਰ ਸਿੰਘ ਜੀ ਨੇ ਯੂਕੇ ਸੁਸਾਇਟੀ ਹੈ ਜਿਹੜੀ ਆ, ਤਾਂ ਉਹਨਾਂ ਨੇ ਬੱਚਿਆਂ ਨੂੰ ਇੱਕ ਪੜ੍ਹਾਉਣ ਦਾ ਜਿਹੜਾ ਜਿੰਮਾ ਚੱਕਿਆ ਹੈ ਤੇ ਥੋੜਾ ਡਿਵੈਲਪਮੈਂਟ ਦਾ ਵੀ ਜਿਹੜਾ ਵਿਕਾਸ ਹੋਵੇ ਹੈ ਨਾ ਇਸ ਹਾਂਜੀ, ਸੁਸਾਇਟੀ ਦੇ ਵਿੱਚ, ਤੇ ਕਿੱਦਾਂ ਦਾ ਪ੍ਰਯਾਸ ਹੈ ਉਹ? ਠੀਕ ਹੈ ਜੀ, ਵਧੀਆ ਹੈ। ਹੁਣ ਪਹਿਲੇ ਨਾਲੋਂ ਬਹੁਤ ਮਾਹੌਲ ਵਧੀਆ ਇਹਨਾਂ ਨੇ ਬਣਾ ਦਿੱਤਾ ਹੈ ਜੀ। ਬੱਚੇ ਪੜ੍ਹਦੇ ਪਏ ਆ, ਬਹੁਤ ਮਦਦ ਕਰਦੇ ਪਏ ਆ ਜੀ। ਹਾਂਜੀ, ਚੰਗਾ ਸਕੂਲ ਦਾ ਵੀ ਵਧੀਆ ਹੈ ਸਿਸਟਮ ਬਣਾ ਦਿੱਤਾ ਜੀ। ਵਿਕਾਸ ਹੋਣ ਵਾਲਾ ਹੈਗਾ ਬਹੁਤ, ਪਰ ਲਾਰੇ ਲੱਪੇ ਦੇ ਦਿੰਦੇ ਅਫਸਰ ਲੋਕ। ਵਿਕਾਸ ਇੰਨਾ ਹੋਇਆ ਨਹੀਂ, ਕੁਛ ਨਹੀਂ ਲੱਗਿਆ ਇੱਥੇ। 1-2 ਗਲੀਆਂ ਬਣੀਆਂ ਸੀ, ਉਹ ਵੀ ਇੱਟਾਂ ਦਾ ਰਿਵਾਜ ਹੈ ਨਹੀਂ, ਇੱਟਾਂ ਲਾ ਕੇ ਚਲੇ ਗਏ। ਬਲੌਕ ਲੱਗਦਾ, ਇੱਟਾਂ ਲਾ ਦਿੱਤੀਆਂ। ਦਰਸ਼ਕੋ, ਅਸੀਂ ਗੱਲ ਕੀਤੀ ਹੈ ਗਿਆਨ ਸਿੰਘ ਜੀ ਦੇ ਨਾਲ। ਇਹਨਾਂ ਨੇ ਸਾਨੂੰ ਆਪਣਾ ਇਤਿਹਾਸ ਦੱਸਿਆ ਹੈ ਤੇ ਉਹਨਾਂ ਨੇ ਯੁੱਧ ਕੀਤੇ ਨੇ, ਜੰਗਾਂ ਦੇ ਵਿੱਚ ਗੁਰੂ ਸਾਹਿਬਾਨ ਦਾ ਸਾਥ ਦਿੱਤਾ ਹੈ ਤੇ ਬਹੁਤ ਹੀ ਮਹਾਨ ਗੱਲ ਹੈ ਸਾਡੇ ਲਈ। ਤੇ ਅਸੀਂ ਇਹਨਾਂ ਨੂੰ ਅੱਜ ਅਣਦੇਖਾ ਕਰ ਰਹੇ ਹਾਂ। ਅਸੀਂ ਸਾਰਿਆਂ ਨੂੰ ਉਹਨਾਂ ਨੂੰ ਅਪੀਲ ਕਰਨਾ ਚਾਹਾਂਗੇ ਕਿ ਜਿਹੜੇ ਇਸ ਵੇਲੇ ਸਾਨੂੰ ਦੇਖ ਰਹੇ ਨੇ ਤੇ ਜਿਹੜੇ NGOs ਚਲਾ ਰਹੇ ਨੇ ਜਾਂ ਹੋਰ ਸਮਾਜਿਕ ਸੰਸਥਾਵਾਂ ਨੂੰ ਚਲਾ ਰਹੇ ਨੇ, ਸਮਾਜ ਸੇਵਾ ਦੇ ਕੰਮਾਂ ਦੇ ਨਾਲ ਜੁੜੇ ਹੋਏ ਨੇ, ਕਿ ਇਹਨਾਂ ਵੱਲ ਵੀ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਤਾਂ ਕਿ ਇਹ ਵੀ ਵਿਕਾਸ ਦੀਆਂ ਰਾਹਾਂ ਤੇ ਅੱਗੇ ਚੱਲ ਸਕਣ ਤੇ ਜਿਹੜਾ ਇਹਨਾਂ ਦਾ ਬਣਦਾ ਹੱਕ ਹੈ ਇਹਨਾਂ ਨੂੰ ਦਿੱਤਾ ਜਾਵੇ। ਕੀ ਨਾਮ ਹੈ ਆਂਟੀ? ਅਮਰ ਕੌਰ। ਕੀ ਕੰਮ ਕਰਦੇ ਹੋ ਤੁਸੀਂ? ਕਢਾਈਆਂ ਤਸਲਿਆਂ ਦਾ। ਅਸੀਂ ਸੁਣਿਆ ਹੈ ਕਿ ਜਿਹੜਾ ਇਹ ਕੰਮ ਤੁਸੀਂ ਕਰਦੇ ਹੋ ਇਹਦੇ ਵਿੱਚ ਕੁਝ ਜ਼ਿਆਦਾ ਬਚਤ ਨਹੀਂ ਹੁੰਦੀ ਹੈ, ਹਾਂਜੀ, ਕੀ ਇਹ ਸਹੀ ਹੈ? ਥੋੜੀ ਬੱਚਤ ਤੇ ਜ਼ਿਆਦਾ ਨਹੀਂ ਹੁੰਦੀ। ਥੋੜਾ ਬਹੁਤਾ ਚੱਲ ਜਿੰਨਾ ਸਰਦਾ ਘਰ ਵੀ ਦੇ ਦਿੰਦੇ ਥੋੜਾ ਬਹੁਤਾ। ਕੀ ਨਾਮ ਹੈ ਆਂਟੀ? ਸਰਮਣ ਕੌਰ। ਘਰ ਵਾਲਾ ਕਮਾਉਂਦਾ ਹੈ? ਪੀ ਪਾ ਕੇ ਦਾਰੂ ਉਡਾ ਦਿੰਦੇ ਆ ਬਸ। ਉਡਾ ਦਿੰਦੇ ਆ? ਜਦ ਪਤਾ ਹੈ ਕਿ ਬਚਤ ਵੀ ਇੰਨੀ ਨਹੀਂ ਹੁੰਦੀ ਹੈ ਫਿਰ ਵੀ ਨਸ਼ਿਆਂ ਦੇ ਵਿੱਚ ਕਮਾਈ ਵੀ ਨਹੀਂ ਆ, ਹੋਰ ਇੰਨੀ ਕਮਾਈ ਵੀ ਨਹੀਂ ਹੈਗੀ। ਇੰਨੇ ਹੋਈ ਲਿਆਉਂਦੇ ਹੀ ਖਾ ਲੈਂਦੇ, ਮਸਾ ਗੁਜ਼ਾਰਾ ਹੀ ਚੱਲਦਾ ਹੈ। ਕੋਈ ਬਚਾਉਂਦੇ ਨਹੀਂ, ਕੋਈ ਕੁਛ ਨਹੀਂ ਕਰਦੇ। ਤੇ ਤੁਸੀਂ ਉਹਨਾਂ ਨੂੰ ਰੋਕਦੇ ਨਹੀਂ? ਰੋਕਦੇ ਆ ਬਥੇਰੋ, ਸਭ ਸਾਨੂੰ ਹੀ ਕੁੱਟਣ ਪੈ ਜਾਂਦੇ ਆ। ਕਹਿੰਦੇ ਨਸ਼ਾ ਕਿਉਂ ਬੰਦ ਕਰ ਦਿਓ ਤੁਸੀਂ। ਰੋਟੀ ਵੀ ਗੁਜ਼ਾਰਾ ਹੀ ਮਸਾ ਚੱਲਦਾ। ਅੱਗੇ ਕਣਕ ਮਿਲਦੀ ਸੀ, ਹੁਣ ਕਣਕ ਵੀ ਨਹੀਂ ਮਿਲਦੀ, ਹੁਣ ਉਹ ਵੀ ਬੰਦ ਹੋਈ ਪਈ। ਮੁੱਲ ਦਾ ਆਟਾ ਲਿਆ ਖਾਂਦੇ। ਛੱਡਦੇ ਨਸ਼ਾ ਤਾਂ ਚੰਗਾ ਹੀ ਹੈ, ਅਸੀਂ ਤਾਂ ਕਹਿੰਦੇ ਹਾਂ ਵੀ ਜ਼ਿੰਦਗੀ ਸਾਡੀ ਵੀ ਸਾਰਾ ਕੱਖਾਂ ਦੇ ਘਰਾਂ ਵਿੱਚ ਰਹਿੰਦੇ ਹਾਂ। ਹੋਰ ਕੀ ਕੰਮ ਕਰਦੇ ਹੋ? ਹਾਈ ਗੇੜਾ ਲਾਉਂਦੇ ਮਾਂ ਕੁਰਸੀਆਂ ਦੇ ਹੀ, ਕਦੀ ਬਾਲਟੀ ਬੂਲਟੀ ਬਣਾਉਂਦੇ ਏਦਾਂ ਮਾੜਾ ਮੋਟਾ। ਇੱਕ ਅੱਧੀ ਕੁਰਸੀ ਵੇਗੀ ਬਸ ਹੋਈ, ਲਿਆ ਕੇ ਕੋਈ ਖਾ ਲੈਣੀ, ਕੋਈ ਪੀ ਲੈ ਕੇ ਬਹਿ ਜਾਂਦੇ। ਤੇ ਦਰਸ਼ਕੋ, ਅਸੀਂ ਇੱਥੇ ਦੀਆਂ ਮਹਿਲਾਵਾਂ ਦੇ ਨਾਲ ਗੱਲ ਕੀਤੀ ਹੈ ਕਿ ਇੱਥੇ ਘੱਟ ਐਜੂਕੇਸ਼ਨ ਹੋਣ ਦੇ ਚੱਲਦੇ ਜਿਹੜੇ ਇੱਥੇ ਦੇ ਜੈਂਟਸ ਨੇ ਉਹ ਨਸ਼ਿਆਂ ਵੱਲ ਨੂੰ ਜ਼ਿਆਦਾ ਪੈ ਗਏ ਹੋਏ ਨੇ, ਕਿਉਂਕਿ ਇੱਥੇ ਇਹਨਾਂ ਨੂੰ ਸਮਝਾਉਣ ਵਾਲਾ, ਜਾਗਰੂਕ ਕਰਨ ਵਾਲਾ ਕੋਈ ਨਹੀਂ ਹੈਗਾ। ਇੱਥੇ ਇਹਨਾਂ ਨੂੰ ਅਵੇਅਰਨੈਸ ਨਹੀਂ ਹੈਗੀ ਇਸ ਚੀਜ਼ ਨੂੰ ਲੈ ਕੇ ਕਿ ਨਸ਼ਿਆਂ ਦਾ ਜਿਹੜਾ ਇਫੈਕਟ ਹੈਗਾ ਸਾਡੀ ਹੈਲਥ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪੈ ਸਕਦਾ ਹੈ ਉਹਦਾ। ਤੇ ਇਹਨਾਂ ਨੂੰ ਜਾਗਰੂਕ ਕਰਨ ਲਈ ਵੈਸੇ ਜਿਹੜੀ ਸੁਸਾਇਟੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਇੰਟਰਨੈਸ਼ਨਲ ਐਜੂਕੇਸ਼ਨ ਟਰਸਟ, ਉਹਨਾਂ ਵੱਲੋਂ ਹੈਲਥ ਕੈਂਪ ਵੀ ਲਗਾਏ ਜਾਂਦੇ ਨੇ ਇਸ ਏਰੀਆ ਦੇ ਵਿੱਚ ਤਾਂ ਕਿ ਇਹਨਾਂ ਨੂੰ ਅਵੇਅਰ ਕੀਤਾ ਜਾਵੇ ਇਹਨਾਂ ਦੀ ਹੈਲਥ ਵਾਸਤੇ। ਇਹ ਸਰੀਰਕ ਰੂਪ ਤੋਂ ਸਵਸਥ ਰਹਿਣ, ਉਹਨਾਂ ਲਈ ਬਹੁਤ ਵਧੀਆ ਉਪਰਾਲੇ ਕੀਤੇ ਜਾਂਦੇ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਕੈਂਪਸ ਲਗਾਉਂਦੇ ਰਹਿਣਗੇ ਤੇ ਜਿਹੜੇ ਇੱਥੇ ਦੇ ਕੁਝ ਅਨਹੈਲਦੀ ਲੋਕ ਨੇ ਜਿਹੜੇ ਉਹ ਵੀ ਜਲਦ ਤੋਂ ਜਲਦ ਸਵਸਥ ਹੋਣ ਤੇ ਜਿਹੜੇ ਨਸ਼ਿਆਂ ਵਰਗੇ ਬੁਰੇ ਪ੍ਰਭਾਵ ਨੇ, ਬੁਰੀ ਲੱਤ ਹੈ, ਇਹ ਤੋਂ ਵੀ ਜਲਦ ਤੋਂ ਜਲਦ ਉਹਨਾਂ ਨੂੰ ਛੁਟਕਾਰਾ ਮਿਲੇ। ਜਿਹੜੇ ਸੁਸਾਇਟੀ ਦੇ ਕੋਆਰਡੀਨੇਟਰ ਨੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਜੀ, ਬਹੁਤ ਹੀ ਪ੍ਰਸਿੱਧ ਨਾਮ ਹੈ ਉਹਨਾਂ ਦਾ ਸਾਡੇ ਸ਼ਹਿਰ ਦੇ ਵਿੱਚ, ਕਿਉਂਕਿ ਉਹ ਸਮਾਜ ਸੇਵਾ ਦੇ ਕੰਮਾਂ ਦੇ ਨਾਲ ਵੀ ਬਹੁਤ ਜ਼ਿਆਦਾ ਜੁੜੇ ਹੋਏ ਨੇ, ਬਲੱਡ ਡੋਨੇਸ਼ਨ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ ਤੇ ਹੁਣ ਤੱਕ ਕਰੀਬ 60 ਤੋਂ ਜ਼ਿਆਦਾ ਵਾਰ ਉਹ ਬਲੱਡ ਡੋਨੇਟ ਕਰ ਚੁੱਕੇ ਨੇ ਤੇ ਇਸ ਦੇ ਨਾਲ ਹੀ ਉਹ ਆਈ ਬੈਂਕ ਦੇ ਨਾਲ ਵੀ ਜੁੜੇ ਹੋਏ ਨੇ ਤੇ ਜ਼ਰੂਰਤਮੰਦਾਂ ਦੀ ਮਦਦ ਕਰਦੇ ਨੇ। ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿ ਇਸ ਸੁਸਾਇਟੀ ਨੂੰ, ਟਰਸਟ ਨੂੰ ਚਲਾਉਣ ਵਾਸਤੇ ਕਿਸ ਤਰ੍ਹਾਂ ਦੇ ਪ੍ਰਯਾਸ ਰਹਿੰਦੇ ਨੇ ਤੇ ਕਿਸ ਤਰ੍ਹਾਂ ਸਹਿਯੋਗ ਮਿਲਦਾ ਹੈ। ਦਰਸ਼ਕੋ, ਇਸ ਇਲਾਕੇ ਵਿੱਚ ਰਹਿਣ ਵਾਲੀਆਂ ਕੁਝ ਬੱਚੀਆਂ ਸਾਡੇ ਨਾਲ ਨੇ, ਇਹਨਾਂ ਦੇ ਨਾਲ ਗੱਲ ਕਰਾਂਗੇ। ਕੀ ਨਾਮ ਹੈ ਆਪਣਾ? ਸੰਜਨਾ। ਪੜ੍ਹਦੇ ਆ? ਹਾਂਜੀ, ਕਿਹੜੀ ਕਲਾਸ ਚ? 10ਵੀਂ ਕਲਾਸ। ਕਿਹੜੇ ਸਕੂਲ? ਅੱਜਵਾਲ ਸਕੂਲ ਚ ਪੜ੍ਹਦੇ ਹਾਂ। ਅੱਜਵਾਲ ਸਕੂਲ ਚ। ਕੀ ਫਿਊਚਰ ਪਲਾਨ ਹੈ? ਭਵਿੱਖ ਵਿੱਚ ਕੀ ਕਰਨਾ ਚਾਹੁੰਦੇ ਹੋ? ਡਾਕਟਰ ਬਣਨਾ ਚਾਹੁੰਦੇ ਹਾਂ ਅਸੀਂ ਤਾਂ। ਡਾਕਟਰ ਬਣਨਾ ਚਾਹੁੰਦੇ ਆ। ਕੀ ਨਾਮ ਹੈ ਆਪਣਾ? ਜੋਤੀ। ਕਿਹੜੀ ਕਲਾਸ ਚ ਪੜ੍ਹਦੇ ਹੋ? 10ਵੀਂ ਚ। ਕਿਹੜੇ ਸਕੂਲ? ਆਦਮਵਾਲ ਸਕੂਲ ਚ। ਕਿੱਦਾਂ ਦਾ ਪੜ੍ਹਾਉਂਦੇ ਉੱਥੇ? ਪੜ੍ਹਾਈ ਕਿੱਦਾਂ ਦੀ? ਵਧੀਆ ਆ। ਪੜ੍ਹਨਾ ਚੰਗਾ ਲੱਗਦਾ? ਹਾਂਜੀ, ਚੰਗਾ ਲੱਗਦਾ ਪੜ੍ਹਨਾ? ਹਾਂ। ਕੀ ਬਣਨਾ ਅੱਗੇ ਜਾ ਕੇ? ਟੀਚਰ। ਟੀਚਰ ਬਣਨਾ ਹੈ, ਠੀਕ ਹੈ। ਪਹਿਲੇ ਖੁਦ ਪੜ੍ਹਨਾ ਹੈ ਫਿਰ ਬਾਅਦ ਚ ਬੱਚਿਆਂ ਨੂੰ ਪੜ੍ਹਾਉਣਾ ਹੈ ਨਾ? ਕੀ ਨਾਮ ਹੈ ਆਪਣਾ? ਨੇਹਾ। ਕਿਹੜੇ ਸਕੂਲ ਪੜ੍ਹਦੇ ਹੋ? ਅੱਜਵਾਲ ਸਕੂਲ। ਕਿਹੜੀ ਕਲਾਸ? +2 ਚ। ਕੀ ਬਣਨਾ ਹੈ ਹੁਣ? ਤਾਂ +2 ਵੀ ਕੰਪਲੀਟ ਹੋਣ ਵਾਲੀ ਹੈ। ਅੱਗੇ ਪੜ੍ਹਾਈ ਕਰਨੀ ਹੈ, ਡਿਪਲੋਮਾ ਕਰਨਾ।
ਕੰਪਿਊਟਰ ਦਾ ਕੰਪਿਊਟਰ ਫਿਰ ਕੰਪਿਊਟਰ ਦੀ ਜੌਬ ਕਰਨੀ। ਇਹਨਾਂ ਬੱਚਿਆਂ ਦੇ ਬਹੁਤ ਉੱਚੇ ਉੱਚੇ ਖੁਆਬ ਨੇ। ਅਸੀਂ ਉਮੀਦ ਕਰਦੇ ਹਾਂ ਕਿ ਜੇ ਇਹਨਾਂ ਦੇ ਸੁਪਨੇ ਨੇ ਉਹ ਪੂਰੇ ਹੋਣ ਜਲਦ ਤੋਂ ਜਲਦ, ਤੇ ਅਸੀਂ ਸੋਸਾਇਟੀਜ਼ ਨੂੰ ਅਪੀਲ ਕਰਾਂਗੇ ਕਿ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਉਹਨਾਂ ਦੀ ਹੈਲਪ ਕਰਨ ਅੱਗੇ ਆ ਕੇ, ਤੇ ਇਹਨਾਂ ਬੱਚਿਆਂ ਨੂੰ ਪੜ੍ਹਾਉਣ, ਇਹਨਾਂ ਦੇ ਜਿਹੜੇ ਸੁਪਨੇ ਆ ਉਹਨਾਂ ਨੂੰ ਸਾਕਾਰ ਕਰਨ ਦੇ ਵਿੱਚ ਆਪਣਾ ਸਹਿਯੋਗ ਦੇਣ। ਸ਼੍ਰੀ ਗੁਰੂ ਨਾਨਕ ਦੇਵ ਇੰਟਰਨੈਸ਼ਨਲ ਐਜੂਕੇਸ਼ਨ ਟਰਸਟ ਯੂਕੇ ਵੱਲੋਂ ਚੇਅਰਮੈਨ ਸਰਦਾਰ ਰਣਜੀਤ ਸਿੰਘ ਜੀ ਦੀ ਸਰਪ੍ਰਸਤੀ ਵਿੱਚ ਇਹ ਟਰਸਟ ਨੂੰ ਚਲਾ ਰਹੇ ਨੇ। ਕੋਆਰਡੀਨੇਟਰ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਜੀ ਤੇ ਉਹਨਾਂ ਦੀ ਟੀਮ ਮੈਂਬਰਸ, ਜਿਨ੍ਹਾਂ ਵਿੱਚ ਗੁਰਪ੍ਰੀਤ ਸਿੰਘ ਜੀ, ਜਤਿੰਦਰ ਕੌਰ, ਡਾਕਟਰ ਸਰਬਜੀਤ ਸਿੰਘ, ਓਂਕਾਰ ਸਿੰਘ ਧਾਮੀ, ਬਲਵੀਰ ਸਿੰਘ ਜੀ, ਡਾਕਟਰ ਹਰਜਿੰਦਰ ਸਿੰਘ ਓਬਰਾਏ, ਸੁਰਜੀਤ ਸਿੰਘ, ਇਹਨਾਂ ਵੱਲੋਂ ਸੰਸਥਾ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਇਹਨਾਂ ਵੱਲੋਂ ਬਹੁਤ ਸਾਰੇ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਨੇ। ਸਲਮ ਏਰੀਆ ਦੇ ਬੱਚਿਆਂ ਨੂੰ ਐਜੂਕੇਟ ਕਰਨ ਦਾ ਜਿਹੜਾ ਇਹਨਾਂ ਨੇ ਬੀੜਾ ਉਠਾਇਆ ਹੈ, ਉਹਦੇ ਵਿੱਚ ਵੀ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਨੇ। ਇਹ ਸੰਸਥਾ ਦੇ ਸਦੱਸਿਆ ਮੈਂਬਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਹੈ ਇਸ ਸੰਸਥਾ ਨੂੰ। ਤੇ ਇਸ ਸੰਸਥਾ ਦੇ ਕੋਆਰਡੀਨੇਟਰ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਜੀ ਦੇ ਨਾਲ ਗੱਲ ਕਰਦੇ ਨੇ, ਜਿਹੜੇ ਸੰਸਥਾ ਨੂੰ ਚਲਾ ਰਹੇ ਨੇ, ਜਿਹੜੇ ਇੱਥੇ ਦੀ ਦੇਖ ਰੇਖ ਕਰ ਰਹੇ ਨੇ। ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਸਹਿਯੋਗ ਮਿਲ ਰਿਹਾ ਹੈ ਉਹਨਾਂ ਨੂੰ ਯੂਕੇ ਸੰਸਥਾ ਤੋਂ। ਇਹਨਾਂ ਦੇ ਸਹਿਯੋਗ ਦੇ ਨਾਲ ਇਹ ਸੁਸਾਇਟੀ ਚੱਲ ਰਹੀ ਹੈ ਤੇ ਕਿੱਦਾਂ ਕੰਮ ਹੋ ਰਹੇ ਨੇ ਤੇ ਹੋਰ ਕੀ ਪ੍ਰਯਾਸ ਰਹਿਣਗੇ। ਅੱਜ ਅਸੀਂ ਪਿੰਡ ਅੱਜੋਵਾਲ ਦੇ ਪ੍ਰੀਤ ਨਗਰ ਜਿਹੜਾ ਹੈ ਉਹਦੇ ਨਾਲ ਝੁੱਗੀਆਂ ਜੋ ਵਸੀਆਂ ਹੋਈਆਂ ਉਹਨਾਂ ਵਾਸਤੇ ਗਵਰਨਮੈਂਟ ਐਲੀਮੈਂਟਰੀ ਸਕੂਲ ਦੇ ਵਿੱਚ ਅਸੀਂ ਖੜ੍ਹੇ ਹਾਂ। ਮੈਂ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ, ਜੋ ਕਿ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰਸਟ ਇੰਗਲੈਂਡ ਤੋਂ ਆ ਯੂਕੇ, ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਪਿਛਲੇ 5 ਸਾਲ ਤੋਂ ਮਾਨਯੋਗ ਸਰਦਾਰ ਰਣਜੀਤ ਸਿੰਘ ਜੀ ਚੇਅਰਮੈਨ ਨੇ ਸਾਡੇ ਇੰਗਲੈਂਡ ਨਿਵਾਸੀ ਜੋ, ਔਰ JS ਆਹਲੂਵਾਲੀਆ ਸਾਹਿਬ ਜੋ ਕਿ IRS ਆਫੀਸਰ ਨੇ, ਐਕਸ IRS ਆਫੀਸਰ, ਤੇ ਹੋਰ ਸਾਡੇ ਮੈਂਬਰ ਸਾਹਿਬਾਨ ਜੋ ਸਾਡੇ ਨਾਲ ਖੜ੍ਹੇ ਹੋਏ ਨੇ, ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਪਿਛਲੇ 5 ਸਾਲ ਤੋਂ ਇਸ ਜਿਹੜੀ ਹੈ ਬਸਤੀ ਦੇ ਵਿੱਚ ਆਏ ਔਰ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਸੁਣਨ ਤੋਂ ਬਾਅਦ ਅਸੀਂ ਇਹ ਪ੍ਰਣ ਕੀਤਾ ਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਜੋ ਲੋੜ ਹੈ ਉਹ ਹੈਗੀ ਐਜੂਕੇਸ਼ਨ, ਕਿ ਇਹਨਾਂ ਲੋਕਾਂ ਨੂੰ ਅਸੀਂ ਐਜੂਕੇਟ ਕਰੀਏ, ਕਿਉਂਕਿ ਝੁੱਗੀਆਂ 'ਚ ਰਹਿੰਦੇ ਨੇ, ਬਹੁਤ ਗਰੀਬ ਲੋਕ ਨੇ ਔਰ ਇਹਨਾਂ ਦਾ ਇਤਿਹਾਸ ਬੜਾ ਅੱਛਾ ਹੈਗਾ, ਬਹੁਤ ਇਹਨਾਂ ਦੇ ਸੂਰਬੀਰ ਇਹਨਾਂ ਨੇ ਪੈਦਾ ਕੀਤੇ ਆ ਦੇਸ਼ ਵਾਸਤੇ। ਤੇ ਜਦੋਂ ਇਹਨਾਂ ਨੂੰ ਅਸੀਂ ਸੁਣਿਆ ਤੇ ਸਾਡੇ ਮਨ 'ਚ ਹੋਇਆ ਕਿ ਅਸੀਂ ਇਹਨਾਂ ਦਾ ਜ਼ਰੂਰ ਇਹਨਾਂ ਦੀ ਮਦਦ ਕਰੀਏ। ਔਰ ਇਹ ਸਕੂਲ ਜਿਹੜਾ ਹੈ ਗਵਰਨਮੈਂਟ ਵੱਲੋਂ ਹੀ ਬਣਾਇਆ ਗਿਆ ਸੀਗਾ। ਤੇ ਸਭ ਤੋਂ ਪਹਿਲਾਂ ਇੱਥੇ ਜਿਹੜੇ ਬੱਚੇ ਸੀ ਬਹੁਤ ਘੱਟ ਹੁੰਦੇ ਸੀਗੇ। ਅਸੀਂ ਪੇਰੈਂਟਸ ਨੂੰ ਆ ਕੇ ਮੋਟੀਵੇਟ ਕੀਤਾ ਕਿ ਤੁਸੀਂ ਜੇ ਇਸ ਗਰੀਬੀ 'ਚੋਂ ਨਿਕਲਣਾ ਤੇ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਵੱਲ ਪਰਾਓ। ਤੇ ਗਵਰਨਮੈਂਟ ਵੱਲੋਂ ਜੋ ਸਕੀਮ ਚੱਲੀ ਸੀ ਪ੍ਰੀ ਪ੍ਰਾਇਮਰੀ ਦੀ, ਉਹ ਸਕੀਮ ਅਧੀਨ ਜਦੋਂ ਇੱਥੇ ਬੱਚੇ ਆਣੇ ਸ਼ੁਰੂ ਹੋ ਗਏ, ਇੱਥੇ ਕੋਈ ਬਿਲਡਿੰਗ ਨਹੀਂ ਸੀਗੀ ਛੋਟੇ ਇਹਦੇ ਵਾਸਤੇ, ਬੱਚਿਆਂ ਵਾਸਤੇ। ਫਿਰ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰਸਟ ਵੱਲੋਂ ਸਭ ਤੋਂ ਪਹਿਲਾਂ ਤਾਂ ਇੱਕ ਬਿਲਡਿੰਗ ਦਾ ਨਿਰਮਾਣ, ਜੋ ਨਵੀਂ ਬਿਲਡਿੰਗ ਸਾਡੇ ਸਾਹਮਣੇ ਹੈ, ਉਹਦਾ ਕਰਵਾਇਆ ਗਿਆ। ਫਿਰ ਇੱਥੇ ਬੈਂਚਾਂ ਦੀ ਲੋੜ ਸੀਗੀ ਜਿੱਥੇ ਬੱਚਿਆਂ ਨੂੰ ਬੈਠਣ ਵਾਸਤੇ, ਉਹ ਮੁਹੱਈਆ ਕਰਵਾਏ ਗਏ। ਬੱਚਿਆਂ ਨੂੰ ਹੋਰ ਜੋ ਸਹੂਲਤਾਂ ਚਾਹੀਦੀਆਂ ਸਕੂਲ ਨੂੰ ਰੈਨੋਵੇਟ ਕਰਵਾਇਆ ਗਿਆ ਔਰ ਬੱਚਿਆਂ ਦੇ ਲਈ ਹੋਰ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਹੈ ਉਹ ਅਸੀਂ ਪ੍ਰੋਵਾਈਡ ਕਰਨੀ ਸ਼ੁਰੂ ਕੀਤੀ। ਉਹਦਾ ਨਤੀਜਾ ਇਹ ਆਇਆ ਕਿ 2 ਸਾਲ ਬਾਅਦ ਹੀ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਦੇਖਿਆ ਔਰ ਇਹਨਾਂ ਦੇ ਪੇਰੈਂਟਸ ਨੂੰ ਵੀ ਲੱਗਿਆ ਕਿ ਅਸੀਂ ਹੁਣ ਪੜ੍ਹਾਈ ਜੇ ਕਰਾਵਾਂਗੇ ਤਾਂ ਹੀ ਅਸੀਂ ਇਸ ਗਰੀਬੀ ਤੋਂ ਛੁਟਕਾਰਾ ਪਾ ਸਕਦੇ ਹਾਂ। ਔਰ ਇਹਨਾਂ ਦੀ ਪਾਣੀ ਦੀ ਸਮੱਸਿਆ ਸੀਗੀ ਤੇ ਗੁਰਦੁਆਰਾ ਸਾਹਿਬ ਸਾਡੇ ਪ੍ਰਧਾਨ ਜੀ ਖੜ੍ਹੇ ਨੇ ਇੱਥੋਂ ਦੇ, ਪ੍ਰਧਾਨ ਸਿੰਘ ਜੀ, ਇਹਨਾਂ ਨੇ ਦੱਸਿਆ ਕਿ ਸਾਨੂੰ ਉੱਥੇ ਪ੍ਰੋਬਲਮ ਆ। ਫਿਰ ਅਸੀਂ ਤੇ ਇੱਕ ਸਮਰਸੀਬਲ ਪੰਪ ਜਿਹੜਾ ਹੈ ਉਹ ਗੁਰੂ ਨਾਨਕ ਇੰਟਰਨੈਸ਼ਨਲ ਟਰਸਟ ਵੱਲੋਂ ਲਗਵਾ ਕੇ ਦਿੱਤਾ ਗਿਆ। ਇਸ ਤੋਂ ਬਾਅਦ ਇਹਨਾਂ ਨੂੰ ਜੋ ਟਾਇਲਟ ਦੀ ਸਮੱਸਿਆ ਸੀਗੀਆਂ, ਘਰ ਦੀਆਂ ਸੀਗੀਆਂ, ਸਾਡੇ ਇੱਕ ਸੁਸਾਇਟੀ ਹੈ ਹੋਮ ਫਾਰ ਹੋਮਲੈਸ, ਅਸੀਂ ਉਹਨਾਂ ਨਾਲ ਜੁੜ ਕੇ ਇਹਨਾਂ ਦੇ ਘਰਾਂ ਦੀ ਪ੍ਰੋਡਕਸ਼ਨ ਵੀ, ਘਰਾਂ ਦਾ ਜਿਹੜਾ ਬਣਾਉਣੇ ਸ਼ੁਰੂ ਕੀਤੇ ਔਰ ਗੌਰਮੈਂਟ ਦੀ ਹੈਲਪ ਦੇ ਨਾਲ ਇਹਨਾਂ ਦੀਆਂ ਟਾਇਲਟ ਵੀ ਬਣਾਉਣੀਆਂ ਸ਼ੁਰੂ ਕੀਤੀਆਂ। ਮੈਂ ਜੋ ਮਹਿਸੂਸ ਕਰਦਾ ਕਿ ਇਹਨਾਂ ਦੇ ਵਿੱਚ ਇੱਕ ਗੈਪ ਸੀਗਾ ਗੌਰਮੈਂਟ ਦੇ ਵਿੱਚ ਤੇ ਇਹਨਾਂ ਲੋਕਾਂ ਦੇ ਵਿੱਚ, ਕਿ ਅਜੇ ਤੱਕ ਬਹੁਤੀ ਇਹਨਾਂ 'ਤੇ ਧਿਆਨ ਨਹੀਂ ਦਿੱਤਾ ਗਿਆ। ਪਰ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਮਿਲੇ, ਮੌਜੂਦਾ ਸਾਰੇ ਜੋ ਸਾਡੇ ਪੋਲੀਟੀਕਲ ਲੀਡਰ ਉਹਨਾਂ ਨੂੰ ਮਿਲੇ,
ਅਸੀਂ ਸਾਰਿਆਂ ਨੂੰ ਮਿਲ ਕੇ ਇਹਨਾਂ ਦੇ ਵੱਲ ਉਹਨਾਂ ਦਾ ਧਿਆਨ ਦਵਾਇਆ ਤੇ ਸਾਨੂੰ ਕਾਫੀ ਗ੍ਰਾਂਟਸ ਵੀ ਇਹਨਾਂ ਨੂੰ ਦਿੱਤੀਆਂ ਗਈਆਂ ਤੇ ਹੌਲੀ ਹੌਲੀ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਦੀ ਡਿਵੈਲਪਮੈਂਟ ਹੋ ਰਹੀ ਹੈ। ਇਤਿਹਾਸ ਇਹਨਾਂ ਦਾ ਬੜਾ ਮਹਾਨ ਹੈ ਜੀ। ਮੈਂ ਸਮਝਦਾ ਕਿ ਜਦੋਂ ਇਹਨਾਂ ਦੇ ਵਿੱਚ ਅਸੀਂ ਬੈਠੇ ਅਸੀਂ ਵੀ ਤਾਂ ਹੀ ਮੋਟੀਵੇਟ ਹੋਏ ਕਿ ਇਹ ਲੋਕ ਬੜੇ ਕਿੱਥੇ ਮਹਾਨ ਕਿਸੇ ਦਾ ਇਤਿਹਾਸ ਹੋਵੇ ਔਰ ਸਮੇਂ ਦੇ ਆਪਾਂ ਦੇਖਦੇ ਹਾਂ ਕਿ ਸਮਾਂ ਬਦਲਣ ਦਾ ਪਤਾ ਨਹੀਂ ਲੱਗਦਾ ਹੈਗਾ ਕਿ ਕਿੱਥੇ ਕਿੱਥੇ ਤੱਕ ਪਹੁੰਚ ਜਾਂਦੇ ਆ। ਇਹ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜਿਹੜੇ ਹੈਗੇ ਆ ਉਹ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਹੋਏ ਤੇ ਬਹੁਤ ਸਾਰੇ ਜਿਹੜੇ ਸਿਗਲੀਕਰ ਵੀਰ ਉੱਥੇ ਸੀਗੇ ਉਸ ਵੇਲੇ ਜਿਹੜੇ ਹੈ ਉਹ ਇਹਨਾਂ ਦੇ ਨਾਲ ਪੰਜਾਬ 'ਚ ਆ ਗਏ ਔਰ ਇੱਥੇ ਆ ਕੇ ਜਦੋਂ ਮੀਰੀ ਪੀਰੀ ਦਾ ਸਿਧਾਂਤ ਗੁਰੂ ਮਹਾਰਾਜ ਨੇ ਦਿੱਤਾ ਤੇ ਇਹ ਜਿਹੜੀਆਂ ਤਲਵਾਰਾਂ ਵੀ ਬਣਾਉਣ ਵਾਸਤੇ ਇਹ ਬੜੇ ਐਕਸਪਰਟ ਸੀਗੇ ਜੀ। ਇਹਨਾਂ ਦੇ ਲਾਹੌਰ ਦੇ ਵਿੱਚ ਵੀ ਇਹਨਾਂ ਦਾ ਇੱਕ ਬੜਾ ਵੱਡਾ ਕਾਰਖਾਨਾ ਹੋਇਆ ਕਰਦਾ ਸੀਗਾ ਤੇ ਇਹ ਜਦੋਂ ਇਹਨਾਂ ਦੀ ਇੱਕ ਪਰੰਪਰਾ ਸੀਗੀ ਕਿ ਜਦੋਂ ਵੀ ਇਹਨਾਂ ਨੇ ਗੁਰੂ ਮਹਾਰਾਜ ਨੂੰ ਮੱਥਾ ਟੇਕਣ ਜਾਣਾ ਤੇ ਇਹਨਾਂ ਨੇ ਜਿਹੜਾ ਵੀ ਕੋਈ ਹਥਿਆਰ ਬਣਾਉਣਾ ਉਹ ਉਹਨਾਂ ਨੂੰ ਪੇਸ਼ ਕਰ ਦੇਣਾ। ਤੇ ਹੌਲੀ ਹੌਲੀ ਇਹ ਗੁਰੂ ਗੋਬਿੰਦ ਸਿੰਘ ਜੀ ਵੇਲੇ ਜਦੋਂ ਇਹਨਾਂ ਦਾ ਬੜਾ ਪਿਆਰ ਰਿਹਾ, ਜੰਗਾਂ ਦੇ ਵਿੱਚ ਬਹੁਤ ਇਹਨਾਂ ਨੇ ਮੁਗਲਾਂ ਦੇ ਖਿਲਾਫ ਜੰਗਾਂ ਵੀ ਲੜੀਆਂ ਤੇ ਇੱਕ ਵਾਰ ਦੀ ਗੱਲ ਹੈ ਕਿ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਘੇਰਿਆ ਗਿਆ ਸੀਗਾ ਮੁਗਲਾਂ ਵੱਲੋਂ ਤੇ ਉਸ ਵੇਲੇ ਭਾਈ ਬਚਿੱਤਰ ਸਿੰਘ ਜੀ ਜੋ ਕਿ ਇਹਨਾਂ ਦੀ ਕੌਮ ਦੇ ਵਿੱਚੋਂ ਹੀ ਸੀਗੇ ਤਾਂ ਉਹਨਾਂ ਨੇ ਇੱਕ ਨਾਗਣੀ ਬਣਾ ਕੇ ਲੈ ਕੇ ਗਏ ਹੋਏ ਸੀਗੇ। ਨਾਗਣੀ ਇੱਕ ਹਥਿਆਰ ਹੁੰਦਾ ਹੈਗਾ ਜਿਹੜਾ ਕਿ ਸਿੱਧਾ ਕਰਕੇ ਮਾਰਿਆ ਜਾਂਦਾ ਤੇ ਉਹ ਜਦੋਂ ਦੇਖਿਆ ਕਿ ਉਹਨਾਂ ਨੇ ਮੁਗਲਾਂ ਨੇ ਇੱਕ ਹਾਥੀ ਨੂੰ ਨਸ਼ਾ ਦੇ ਕੇ ਹੋਰ ਕੁਝ ਦੇ ਕੇ ਵੀ ਤਾਂ ਕਿ ਉਹ ਦਰਵਾਜ਼ਾ ਤੋੜ ਦੇ ਕਿਲ੍ਹੇ ਦਾ ਤੇ ਭਾਈ ਬਚਿੱਤਰ ਸਿੰਘ ਜੀ ਨੇ ਕਿਹਾ ਗੁਰੂ ਮਹਾਰਾਜ ਮੈਨੂੰ ਇਹ ਸੇਵਾ ਬਖਸ਼ੋ, ਅੱਜ ਜਿਹੜਾ ਹਥਿਆਰ ਅੱਜ ਮੈਂ ਲੈ ਕੇ ਆਇਆ ਮੈਂ ਇਹੀ ਚੈੱਕ ਕਰਨਾ ਚਾਹੁੰਦਾ ਇਹਨਾਂ ਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਸਣੇ ਘੋੜਾ ਉਹਨਾਂ ਨੇ ਕਿਲ੍ਹੇ ਤੋਂ ਜਿਹੜਾ ਹੈਗਾ ਉਹ ਛਾਲ ਮਾਰ ਦਿੱਤੀ ਤੇ ਉਸ ਹਾਥੀ ਨੂੰ ਮਾਰਿਆ। ਉਹਨਾਂ ਦਾ ਬੜਾ ਬਹੁਤ ਸਾਰੇ ਲੋਕ ਸਾਡੇ ਮੈਂ ਦੇਖਿਆ ਇਤਿਹਾਸ ਇਹਨਾਂ ਦਾ ਪੜ੍ਹਿਆ ਸਾਡੇ ਆਜ਼ਾਦੀ ਦੇ ਵਿੱਚ ਵੀ ਇਹਨਾਂ ਦੇ ਕਾਫੀ ਬੰਦਿਆਂ ਦਾ ਬੜਾ ਵੱਡਾ ਯੋਗਦਾਨ ਰਿਹਾ। ਪਰ ਗੱਲ ਇਹ ਹੋਈ ਕਿ ਜਦੋਂ ਅੰਗਰੇਜ਼ਾਂ ਵੇਲੇ ਬ੍ਰਿਟਿਸ਼ ਗਵਰਨਮੈਂਟ ਸ਼ੁਰੂ ਹੋ ਗਈ ਸਾਡੇ ਇੰਡੀਆ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਇਹਨਾਂ ਲੋਕਾਂ ਤੇ ਪਾਬੰਦੀ ਕੀਤੀ ਵੀ ਤੁਸੀਂ ਕੋਈ ਵੀ ਬੰਦਾ ਹਿੰਦੁਸਤਾਨ ਦੇ ਸਾਡੇ ਭਾਰਤ ਦੇ ਆਪਣਾ ਹਥਿਆਰ ਨਹੀਂ ਬਣਾ ਸਕਦਾ ਤੇ ਇਹਨਾਂ ਦਾ ਮੁੱਖ ਕਿੱਤਾ ਹੀ ਹਥਿਆਰ ਬਣਾਉਣ ਦਾ ਸੀਗਾ। ਉਹ ਫਿਰ ਇਹਨਾਂ ਨੂੰ ਜਦੋਂ ਬੈਨ ਹੋ ਗਏ ਤੇ ਹੌਲੀ ਹੌਲੀ ਰੋਜੀ ਰੋਟੀ ਖਾਤਰ ਇਹ ਪਿੰਡਾਂ ਦੇ ਬਾਹਰ ਬੈਠਣਾ ਸ਼ੁਰੂ ਹੋ ਗਏ ਤੇ ਹੌਲੀ ਹੌਲੀ ਇਹਨਾਂ ਦਾ ਜਿਹੜੀ ਗਰੀਬੀ ਵੱਲ ਜਾਣਾ ਸ਼ੁਰੂ ਹੋ ਗਏ। ਤਾਂ 2011 ਦੇ ਵਿੱਚ ਕੋਈ ਗਵਰਨਮੈਂਟ ਵੱਲੋਂ ਇਹ ਹੋਇਆ ਕਿ ਆਪਾਂ ਜਿੱਥੇ ਵੀ ਇਹ ਲੋਕ ਬੈਠੇ ਆ ਇਹਨਾਂ ਦੀ ਮਦਦ ਕੀਤੀ ਜਾਵੇ, ਜਿੱਥੇ ਸ਼ਾਮਲਾਟਾਂ ਦੇ ਵਿੱਚ ਬੈਠੇ ਹੋ ਥੋੜ੍ਹੀ ਜਗ੍ਹਾ ਦਿੱਤੀ ਜਾਵੇ ਤਾਂ ਕਿ ਇਹ ਪੱਕੇ ਤੌਰ 'ਤੇ ਵਸ ਜਾਣ ਔਰ ਇਹਨਾਂ ਦੀ ਐਜੂਕੇਸ਼ਨ ਬਾਰੇ ਵੀ ਇਹ ਪਾਲਿਸੀ ਬਣੀ ਕਿ ਜਿੱਥੇ ਵੀ ਇਹ ਬਸੇ ਉੱਥੇ ਇੱਕ ਐਲੀਮੈਂਟਰੀ ਸਕੂਲ ਜ਼ਰੂਰ ਖੋਲ੍ਹਿਆ ਜਾਵੇ। ਅੱਜ ਜਿਹੜੀ ਆਪਾਂ ਜਗ੍ਹਾ 'ਤੇ ਖੜ੍ਹੇ ਹੈਗੇ ਆ ਇਹ ਗਵਰਨਮੈਂਟ ਵੱਲੋਂ ਹੀ ਖੋਲ੍ਹਿਆ ਗਿਆ। ਅਸੀਂ ਤਾਂ ਗਵਰਨਮੈਂਟ ਤੋਂ ਅਡਾਪਟ ਕੀਤਾ, ਇਹਨੂੰ ਗੋਦ ਲਿਆ ਕਿ ਅਸੀਂ ਇਹਨਾਂ ਲੋਕਾਂ ਦੀ ਹੈਲਪ ਦੇ ਲਈ ਇੱਥੇ ਪੜ੍ਹਦੇ ਹੋਏ ਬੱਚਿਆਂ ਦੀ ਮਦਦ ਕਰਾਂਗੇ ਔਰ ਇਹ ਹੌਲੀ ਹੌਲੀ ਝੁੱਗੀਆਂ ਦੇ ਵਿੱਚ ਰਹਿ ਰਹੇ ਨੇ। ਇਹ ਬੜਾ ਇਹਨਾਂ ਦਾ ਨਾ ਜੋ ਇਤਿਹਾਸ ਵੀ ਆ ਹੁਣ ਵੀ ਇਹ ਮਿਹਨਤਕਸ਼ ਲੋਕ ਨੇ। ਹਾਂ ਸਾਨੂੰ ਪਤਾ ਲੱਗਿਆ ਕਿ ਥੋੜ੍ਹਾ ਬਹੁਤਾ ਨਸ਼ਾ ਜਿਹੜਾ ਹੈਗਾ ਆਮ ਜਿਸ ਤਰ੍ਹਾਂ ਸ਼ਰਾਬ ਆ ਸਿਗਰਟ ਬੀੜੀ ਇਹ ਜਿਹਾ ਨਸ਼ਾ ਜ਼ਰੂਰ ਕਰਦੇ ਆ, ਹੋਰ ਕੋਈ ਨਸ਼ਾ ਸਾਨੂੰ ਇੱਥੇ ਦੇਖਣ ਨੂੰ ਨਹੀਂ ਮਿਲਿਆ। ਪਰ ਅਸੀਂ ਇਹਨਾਂ ਨੂੰ ਦੂਸਰੇ ਨਸ਼ੇ ਵੱਲ ਲਾਤਾ ਕਿ ਤੁਸੀਂ ਇਹ ਨਸ਼ਾ ਕਰੋ ਕਿ ਅਸੀਂ ਬੱਚਿਆਂ ਨੂੰ ਪੜ੍ਹਾਉਣਾ, ਆਪਣੀ ਤਰੱਕੀ ਕਰਨੀ ਆ। ਉਹਦਾ ਰਿਜ਼ਲਟ ਇਹ ਹੋਇਆ ਕਿ ਕੁਝ ਬੱਚਿਆਂ ਨੇ ਸਾਨੂੰ ਪਿਛਲੇ ਸਾਲ ਅਪਰੋਚ ਕੀਤਾ ਬੱਚਿਆਂ ਨੇ ਕਿ ਅਸੀਂ ਕੰਪਿਊਟਰ ਇੰਜੀਨੀਅਰ ਬਣਨਾ ਚਾਹੁੰਦੇ ਹਾਂ, ਕੋਈ ਕਹਿੰਦਾ ਅਸੀਂ ਡਾਕਟਰ ਬਣਨਾ ਚਾਹੁੰਦੇ ਹਾਂ। ਅਸੀਂ ਉਹਨਾਂ ਦੇ ਸੁਪਨੇ ਪੂਰੇ ਕਰਨ ਵਾਸਤੇ ਆਪਣਾ ਜਿਹੜਾ ਹੈ ਉਹ ਸਾਡੀ ਇੱਕ ਜ਼ਿੰਦਗੀ ਦਾ ਹੁਣ ਮਕਸਦ ਬਣ ਗਿਆ ਕਿ ਅਸੀਂ ਬੱਚਿਆਂ ਨੂੰ, ਕਿਉਂਕਿ ਇੱਥੇ ਬੈਠੇ ਬੱਚਿਆਂ ਨੂੰ ਪਤਾ ਨਹੀਂ ਕਿ ਜਾਣਾ ਕਿੱਥੇ, ਉਹਨਾਂ ਨੂੰ ਫਾਰਮ ਵੀ ਨਹੀਂ ਭਰਨਿਆਂ ਦਾ ਪਤਾ ਹੈਗਾ। ਅਸੀਂ ਸਾਡੇ 'ਚ ਰਿਟਾਇਰਡ ਟੀਚਰਸ ਨੇ, ਹੋਰ NGOs ਨੇ, ਡਾਕਟਰ ਸਾਹਿਬਾਨ ਨੇ, ਅਸੀਂ ਹਰ ਮਦਦ ਕਰਾਂਗੇ। ਔਰ 4 ਲੜਕੀਆਂ ਨੂੰ ਆਪਣੇ ਹੁਸ਼ਿਆਰਪੁਰ ਦਾ ਸਭ ਤੋਂ ਜਿਹੜਾ ਪੰਜਾਬ ਦਾ ਰਿਨਾਊਂਡ ਕਾਲਜ ਹੈ ਗੌਰਮੈਂਟ ਪੋਲੀਟੈਕਨਿਕ ਕਾਲਜ, ਉੱਥੇ 4 ਬੱਚੀਆਂ ਨੂੰ ਅਸੀਂ ਕੰਪਿਊਟਰ ਇੰਜੀਨੀਅਰਿੰਗ ਦੇ ਕੋਰਸ ਦੇ ਵਿੱਚ ਦਾਖਲਾ ਦਵਾਤਾ ਤੇ ਮੈਨੂੰ ਬੜੀ ਖੁਸ਼ੀ ਹੋਈ। ਮੈਂ ਕਿਹਾ ਤੁਸੀਂ ਬੇਟਾ IAS ਬਣੋ, ਤੁਸੀਂ ਡਾਕਟਰ ਬਣੋ। ਤੁਸੀਂ ਕੁਝ ਬੱਚੀਆਂ ਕਹਿੰਦੇ ਅਸੀਂ ਆਰਮੀ ਦੇ ਵਿੱਚ ਜਾਣਾ ਚਾਹੁੰਦੇ ਹਾਂ। ਮੈਂ ਕਿਹਾ ਵੀ ਜਾਓ, ਫਾਰਮ ਅਸੀਂ ਭਰਾਵਾਂਗੇ। ਅਸੀਂ ਹੋਰ NGOs ਨੂੰ ਵੀ ਰਿਕੁਐਸਟ ਕੀਤੀ ਕਿ ਘੱਟੋ ਘੱਟ ਜੇ ਹਰੇਕ NGO ਇੱਕ ਪਰਿਵਾਰ ਨੂੰ ਵੀ ਐਜੂਕੇਸ਼ਨ ਦਾ ਅਡਾਪਟ ਕਰ ਲਵੇ ਤੇ ਅਸੀਂ ਸਭ ਕੁਝ ਕਰ ਸਕਦੇ ਹਾਂ। ਇਹਨਾਂ ਲੋਕਾਂ ਨੂੰ ਕੁਛ ਦਾਨ ਨਾ ਕਰੋ ਭਾਵੇਂ, ਪਰ ਇਹਨਾਂ ਨੂੰ ਐਜੂਕੇਸ਼ਨ ਜਿਹੜੀ ਹੈ ਉਹ ਦਾਨ ਕਰਨ ਵਾਸਤੇ ਜ਼ਰੂਰ ਅੱਗੇ ਆਉਣਾ ਚਾਹੀਦਾ। ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਮਾਨਯੋਗ ਸਾਡੇ ਚੇਅਰਮੈਨ ਸਾਹਿਬ ਜੋ ਸਰ ਰਣਜੀਤ ਸਿੰਘ ਜੀ ਨੇ ਇੰਗਲੈਂਡ ਦੇ ਵਿੱਚ, ਉਹਨਾਂ ਦੇ ਜਦੋਂ ਦਾ ਉਹਨਾਂ ਦੇ ਮਨ ਦੇ ਵਿੱਚ ਆਇਆ
ਹੁਣ ਸਰਦੀਆਂ ਦੇ ਵਿੱਚ ਛੋਟੇ ਛੋਟੇ ਬੱਚੇ ਉਹਨਾਂ ਨੇ ਦੇਖੇ, ਉਹ ਕਹਿੰਦੇ ਵੀ ਹੁਣੇ ਯੂਨੀਫਾਰਮ ਇਹਨਾਂ ਨੂੰ ਦੇ ਕੇ ਆਓ। ਜਿਹੜੇ ਪ੍ਰੀ ਪ੍ਰਾਇਮਰੀ 'ਚ ਦਾਖਲ ਹੋਏ, ਅਸੀਂ ਉਹਨਾਂ ਬੱਚਿਆਂ ਨੂੰ ਨਵੇਂ ਸਾਲ 'ਤੇ ਵੈਲਕਮ ਵੀ ਕੀਤਾ ਅਤੇ ਉਹਨਾਂ ਨੂੰ ਯੂਨੀਫਾਰਮ ਵੀ ਦਿੱਤੀਆਂ। ਸੋ ਇਨਸਾਨੀ ਕਦਰਾਂ ਕੀਮਤਾਂ ਤਾਂ ਇਹੀ ਹੈਗੀਆਂ ਕਿ ਅਸੀਂ ਦੂਸਰੇ ਇਨਸਾਨ ਦੇ ਕੰਮ ਆਈਏ। ਤੋ ਅਸੀਂ ਇੰਨਾ ਕੁ ਉਪਰਾਲਾ ਜਿਹੜਾ ਹੈ ਛੋਟਾ ਜਿਹਾ ਲੈ ਕੇ ਚੱਲੇ ਹਾਂ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਵੀ ਸਵਾਰ ਸਕੀਏ ਅਤੇ ਜਿਹੜੇ ਸਾਡੇ ਭੈਣ ਭਰਾ ਝੁੱਗੀਆਂ 'ਚ ਰਹਿੰਦੇ ਆ ਤੇ ਇਹਨਾਂ ਨੂੰ ਵੀ ਅਸੀਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਸਵਾਰਨ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ। ਤੇ ਸਰ ਇੱਕ ਸੰਦੇਸ਼ ਉਹਨਾਂ ਆਮ ਲੋਕਾਂ ਲਈ ਜਿਹੜੇ ਮਤਲਬ ਇੱਦਾਂ ਦੇ ਏਰੀਏ ਵਿੱਚ ਵੀ ਆਉਣਾ ਨਹੀਂ ਪਸੰਦ ਕਰਦੇ ਨੇ ਤੇ ਜੇ ਇਹਨਾਂ ਦੇ ਬਰਾਬਰ ਦੇ ਵਿੱਚ ਇੱਦਾਂ ਦੇ ਲੋਕ ਬਹਿੰਦੇ ਨੇ ਤਾਂ ਉਹਨਾਂ ਨੂੰ ਅੱਛਾ ਨਹੀਂ ਸਮਝਦੇ, ਤਾਂ ਉਹਨਾਂ ਲਈ ਕੀ ਸੰਦੇਸ਼ ਦੇਣਾ ਚਾਹੋਗੇ? ਦੇਖੋ, ਗੱਲ ਇਹ ਹੈ ਕਿ ਇਨਸਾਨ ਦਾ ਦਿਨ ਕਦੋਂ ਕਿਸ ਤਰ੍ਹਾਂ ਦੇ ਹੋਣੇ ਕਿਸੇ ਨੂੰ ਨਹੀਂ ਪਤਾ। ਇਹਨਾਂ ਬੜੇ ਤਕੜੇ ਲੋਕ ਹੋਇਆ ਕਰਦੇ ਸੀ ਕਿਸੇ ਵੇਲੇ। ਜੇ ਅੱਜ ਅਸੀਂ ਇਸ ਸਥਾਨ 'ਤੇ ਹੈਗੇ, ਸਾਨੂੰ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਕਿ ਸਾਨੂੰ ਰੋਜੀ ਮਿਲ ਰਹੀ, ਰੋਟੀ ਮਿਲ ਰਹੀ, ਅਸੀਂ ਨੌਕਰੀਆਂ ਮਿਲੀਆਂ। ਅਤੇ ਸਾਨੂੰ ਇਹਨਾਂ ਲੋਕਾਂ ਦਾ ਆਸ਼ੀਰਵਾਦ ਵੀ ਲੈਣਾ ਚਾਹੀਦਾ, ਜਿਹੜੇ ਲੋਕ ਜਿਨ੍ਹਾਂ ਨੂੰ ਅਜੇ ਪਤਾ ਹੀ ਨਹੀਂ ਹੈ ਕਿ ਐਜੂਕੇਸ਼ਨ ਦਾ ਚਾਨਣ ਹੀ ਨਹੀਂ ਆਇਆ ਜਾਂ ਇਹਨਾਂ ਨੂੰ ਕੋਈ ਰੁਜ਼ਗਾਰ 'ਤੇ ਅਸੀਂ ਲਵਾ ਸਕੀਏ। ਅਸੀਂ ਪਿੱਛੇ ਜੇ ਕਈ ਬੱਚਿਆਂ ਨੂੰ ਰੁਜ਼ਗਾਰ ਵੀ ਇਹਨਾਂ ਨੇ ਲਵਾਇਆ ਹੈਗਾ। ਇੱਕ ਹੋਰ ਗੱਲ ਹੈ ਕਿ ਜਿਹੜੇ ਬੱਚੇ ਅੱਛਾ ਪੜ੍ਹਦੇ ਆ, ਅਸੀਂ ਉਹਨਾਂ ਲਈ ਇੱਕ ਐਨੂਅਲ ਫੰਕਸ਼ਨ ਹਰ ਸਾਲ ਕਰਦੇ ਹਾਂ, ਉਹਨਾਂ ਨੂੰ ਪ੍ਰਾਈਜ਼ ਵੀ ਦਿੰਦੇ ਹਾਂ ਔਰ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਪ੍ਰਾਈਜ਼ ਦਿੰਦੇ ਤਾਂ ਕਿ ਉਹਨਾਂ ਪੇਰੈਂਟਸ ਨੂੰ ਦੇਖ ਕੇ ਬਾਕੀ ਵੀ ਬੱਚੇ ਜਿਹੜੇ ਆ ਔਰ ਜਾਗਰੂਕ ਹੋਣ। ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਸਾਰਿਆਂ ਨੂੰ ਕਿ ਤੁਸੀਂ ਜ਼ਰੂਰ ਇੱਕ ਦਿਨ ਜ਼ਰੂਰ ਬਤੀਤ ਕਰੋ ਆ ਕੇ ਇਸ ਜਗ੍ਹਾ 'ਤੇ ਆਓ। ਜਿਸ ਤਰ੍ਹਾਂ ਅੱਜ ਮੈਂ ਸਟੈਲਰ ਨਿਊਜ਼ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਇਹਨਾਂ ਦੇ ਮਾਧਿਅਮ ਰਾਹੀਂ ਜਿਹੜੇ ਵੀ ਲੋਕ ਸਾਨੂੰ ਸੁਣ ਰਹੇ ਨੇ, ਉਹ ਇੱਕ ਦਿਨ ਜ਼ਰੂਰ ਜਦੋਂ ਮਰਜ਼ੀ ਆਉਣ, ਇਸ ਸਕੂਲ ਦੇ ਵਿੱਚ ਆਉਣ, ਇਹਨਾਂ ਲੋਕਾਂ ਦੇ ਵਿੱਚ ਬੈਠਣ, ਇਹਨਾਂ ਲੋਕਾਂ ਦੇ ਕਲਚਰ ਨੂੰ ਸਟੱਡੀ ਕਰਨ, ਇਹਨਾਂ ਦੇ ਬੱਚਿਆਂ ਦੇ ਵਿੱਚ ਬੈਠਣ ਤਾਂ ਕਿ ਇਹਨਾਂ ਦੇ ਅੰਦਰ ਵੀ ਹਿੰਮਤ ਆਵੇ, ਕਿਉਂਕਿ ਇਹ ਵੀ ਸਾਡੇ ਵਰਗੇ ਨੇ। ਅਸੀਂ ਸਿਰਫ ਇਹਨਾਂ ਨੂੰ ਇੱਕ ਸਹਾਰੇ ਦੀ ਲੋੜ ਹੈ, ਤੁਹਾਡੀ ਆਸ਼ੀਰਵਾਦ ਦੀ ਲੋੜ ਹੈ। ਕੱਲ੍ਹ ਨੂੰ ਦੇਸ਼ ਲਈ ਬਹੁਤ ਕੁਝ ਕਰ ਸਕਦੇ। ਅਸੀਂ ਚਾਹੁੰਦੇ ਕਿ ਜਿੱਥੇ ਸਾਡਾ ਦੇਸ਼ ਤਰੱਕੀ ਕਰੇ, ਦੇਸ਼ ਤਾਂ ਹੀ ਤਰੱਕੀ ਕਰੂੰਗਾ ਜੇ ਗਰੀਬ ਵਰਗ ਉੱਪਰ ਉੱਠੇਗਾ, ਜੇ ਹਰ ਵਰਗ ਨੂੰ ਜਿਹੜੀਆਂ ਗੌਰਮੈਂਟ ਦੀਆਂ ਸਕੀਮਾਂ, ਮੈਂ ਗੌਰਮੈਂਟ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਜਿਹੜਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈਗੀ ਹੈ, ਉਹਦੇ ਤਹਿਤ ਸਾਨੂੰ ਤਕਰੀਬਨ 4 ਸਾਲ ਹੋ ਗਏ ਜੀ ਅਸੀਂ ਫਾਰਮ ਭਰੇ ਹੋਏ ਆ, ਪਰ ਕੋਈ ਬਹੁਤੀ ਸੁਣਵਾਈ ਨਹੀਂ ਹੋਈ। ਮੈਂ ਆਪ ਸਾਰਿਆਂ ਦੇ ਫਾਰਮ ਭਰਵਾਏ, ਮੈਂਬਰਾਂ ਨੇ ਸਾਰਿਆਂ ਫਾਰਮ ਭਰਵਾਏ। ਇਹਨਾਂ ਨੂੰ ਜਿਹੜੀ ਗੌਰਮੈਂਟ ਨੇ ਜ਼ਮੀਨ ਅਲਾਟ ਕੀਤੀ ਹੈ, ਗੌਰਮੈਂਟ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਪਰ ਇਹ 20-30 ਸਾਲ ਤੋਂ ਜ਼ਮੀਨ ਅਲਾਟ ਹੋਣ ਤੋਂ ਬਾਅਦ ਵੀ ਉਸੇ ਜਗ੍ਹਾ 'ਚ ਹੀ ਬੈਠੇ ਆ। ਔਰ ਜਿੱਥੇ ਅਸੀਂ ਕਹਿੰਦੇ ਕਿ ਸਵੱਛ ਭਾਰਤ ਵੀ ਹਰ ਘਰ 'ਚ ਲੈਟਰਿਨ ਹੈਗੀ ਹੋਣੀ ਚਾਹੀਦੀ ਹੈ, ਪਰ ਇੱਥੇ ਉਹ ਹੈ ਨਹੀਂ ਗੀ। ਮੈਨੂੰ ਯਾਦ ਆ ਕਿ ਮੈਂ ਇੱਕ ਲੇਡੀ ਇੱਥੇ, ਉਹਨੂੰ ਮੈਂ ਕਿਹਾ ਵੀ ਤੁਸੀਂ ਆਪਣੀਆਂ ਬੇਟੀਆਂ ਨੂੰ ਕਿਉਂ ਨਹੀਂ ਪੜ੍ਹਾਉਂਦੇ, ਔਰ ਉਹਦੇ ਜਿਹੜੀ ਸ਼ਬਦ ਸੀ ਉਹ ਮੇਰੇ ਅੰਦਰੋਂ ਬਹੁਤ ਉਹਨਾਂ ਨੇ ਮਤਲਬ ਦਰਦ ਮਹਿਸੂਸ ਮੈਂ ਕੀਤਾ। ਉਹ ਕਹਿੰਦੀ ਭਾਜੀ ਕਿ ਅਸੀਂ ਲੇਡੀਜ਼ ਜਿਹੜੀਆਂ ਉਹ ਰਾਤ ਨੂੰ ਹੀ ਲੈਟਰਿਨ ਜਾਂਦੀਆਂ, ਸੂਰਜ ਚੜ੍ਹਨ ਤੋਂ ਪਹਿਲਾਂ ਹੀ ਲੈਟਰਿਨ ਬਾਥਰੂਮ ਜਾਂਦੀਆਂ, ਔਰ ਸਾਡੀਆਂ ਬੱਚੀਆਂ ਵੀ ਡਰਦੀਆਂ ਬਾਥਰੂਮ ਲੈਟਰਿਨ ਨਹੀਂ ਜਾਂਦੀਆਂ ਬਾਹਰ, ਅਤੇ ਉਹ ਪੜ੍ਹਾਈ ਕਿੱਥੋਂ ਕਰਨਗੀਆਂ। ਸੋ ਇੰਨਾ ਅਸੀਂ ਖਰਚਾ ਕਰ ਰਹੇ ਹਾਂ। ਸਾਨੂੰ ਬੇਨਤੀ ਹੈ ਕਿ ਉਹ ਜ਼ਰੂਰ ਗਰਾਊਂਡ ਲੈਵਲ 'ਤੇ ਆ ਕੇ ਇਹਨਾਂ ਲੋਕਾਂ ਦੀ ਮਦਦ ਕਰਨ। ਕੋਈ ਜ਼ਿਆਦਾ ਫੰਡ ਦੀ ਵੀ ਲੋੜ ਨਹੀਂ ਹੈ, ਕੁਛ ਆਪ ਇਹ ਹੈਲਪ ਕਰ ਰਹੇ, ਕੁਛ NGO ਹੈਲਪ ਕਰ ਰਹੇ। ਅਸੀਂ ਸਾਰੇ ਰਲ ਕੇ ਜੇ ਅਸੀਂ ਮਦਦ ਕਰੀਏ ਇਹਨਾਂ ਲੋਕਾਂ ਦੀ ਤਾਂ ਮੈਂ ਕਿ ਇਹ ਸਾਡੇ ਲਈ ਇੱਕ ਉਦਾਹਰਨ ਹੋਏਗਾ, ਔਰ ਇਹੀ ਉਦਾਹਰਨ ਅਸੀਂ ਦੇਸ਼ ਦੇ ਹੋਰ ਪਾਸਿਆਂ ਦੇ ਵਿੱਚ ਵੀ ਆਪਾਂ ਕਰ ਸਕਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇੱਥੇ ਆ ਕੇ ਸਾਡੇ ਨਾਲ ਸਾਡੇ ਵਿਚਾਰ ਸੁਣੇ, ਔਰ ਇਹਨਾਂ ਮੈਂਬਰਾਂ ਦੀਆਂ ਵੀ ਤਕਲੀਫਾਂ ਸੁਣੀਆਂ, ਇੱਥੋਂ ਦੇ ਜਿਹੜੇ ਰਹਿ ਰਹੇ ਨੇ ਲੋਕ, ਇੱਥੇ ਦੀ ਵੀ ਤਕਲੀਫਾਂ ਸੁਣੀਆਂ। ਅਤੇ ਆਓ ਆਪਾਂ ਰਲ ਕੇ ਹਮਲਾ ਮਾਰੀਏ ਅਤੇ ਕੁਛ ਇਹਨਾਂ ਲੋਕਾਂ ਲਈ ਵੀ ਕਰੀਏ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕੌਰ ਸਿੰਘ ਧਾਮੀ। ਸਰ ਕਿੰਨੇ ਟਾਈਮ ਤੋਂ ਇਸ ਸੰਸਥਾ ਦੇ ਨਾਲ ਜੁੜੇ ਹੋਏ ਹੋ? ਮੈਂ ਸੰਸਥਾ ਨਾਲ ਜਿਹੜੇ ਸੰਸਥਾ ਨੂੰ ਚਲਾਉਣ ਵਾਲੇ ਜਿਹੜੇ ਬਾਨੀ ਨੇ ਨਾ, ਉਹਨਾਂ ਨਾਲ ਬਹੁਤ ਲੰਮੇ ਸਮੇਂ ਤੋਂ ਜੁੜਿਆ, ਔਰ ਮੈਨੂੰ ਕਈ ਗੱਲਾਂ ਜਿਹੜੀਆਂ ਅੱਜ ਜਿਹੜੀਆਂ ਪਹਿਲਾਂ ਨਹੀਂ ਪਤਾ ਸੀ, ਸੁਨੇਹ ਸਾਹਿਬ ਤੋਂ ਪਤਾ ਲੱਗਾ ਕਿ ਕਿਤੇ ਬੜੇ ਜਿਗਰ ਵਾਲੇ ਲੋਕ ਆ, ਕਿਤੇ ਮਹਾਨ ਲੋਕ ਆ, ਜਿਨ੍ਹਾਂ ਦੇ ਮਨ 'ਚ ਆਪਣੇ ਉਹਨਾਂ ਲੋਕਾਂ ਦਾ ਦਰਦ ਜਿਹਨਾਂ ਨੇ ਸੁਣਦਾ ਹੀ ਕੋਈ ਨਹੀਂ, ਚਾਹੇ ਉਹ ਸਰਕਾਰ ਹੋਵੇ,
ਚਾਹੇ ਕੋਈ ਸਮਰੱਥਾ ਵਾਲੇ ਲੋਕ ਹੋਣ ਜਿਹਨਾਂ ਅਜੇ ਤੱਕ ਸੁਣੀ ਨਹੀਂ। ਮੈਨੂੰ ਤੇ ਹੈਰਾਨਗੀ ਵੀ ਹੋਈ ਤੇ ਖੁਸ਼ੀ ਇਸ ਗੱਲ ਦੀ ਹੋਈ ਵੀ ਜੇ ਲੱਖਾਂ ਵਿੱਚੋਂ ਚੰਦ ਲੋਕ ਵੀ ਤੁਰ ਕੇ ਇਹਨਾਂ ਲੋਕਾਂ ਦੀ ਜ਼ਿੰਦਗੀ ਸਵਾਰ ਨੇ ਆਪਣਾ ਕਦਮ ਪੁੱਟਿਆ ਤਾਂ ਧੰਨਤਾ ਦੇ ਯੋਗ ਨੇ। ਉਹਨਾਂ ਨੂੰ ਜੀ ਆਇਆਂ ਕਹਿਣਾ ਚਾਹੀਦਾ, ਸਵਾਗਤ ਕਰਨਾ ਚਾਹੀਦਾ। ਤੇ ਜਿੰਨੀਆਂ ਇੱਥੇ ਤਕਲੀਫਾਂ ਅੱਜ ਮੈਂ ਤੁਹਾਡੇ ਨਾਲ ਤੁਰ ਕੇ ਦੇਖੀਆਂ, ਮੈਂ ਸਮਝਦਾ ਕਿ ਸਾਡੇ ਲਈ 72 ਸਾਲ ਦੇ ਜੰਗੇ ਆਜ਼ਾਦੀ ਤੋਂ ਬਾਅਦ ਅਗਰ ਫਿਰ ਅਸੀਂ ਉੱਥੇ ਦੇ ਉੱਥੇ ਖੜ੍ਹੇ ਹਾਂ ਤੇ ਸਾਡੇ ਦੇਸ਼ ਲਈ, ਸਾਡੀਆਂ ਸਰਕਾਰਾਂ ਲਈ ਤੇ ਸਾਡੀ ਐਡਮਿਨਿਸਟ੍ਰੇਸ਼ਨ ਤੇ ਉਹਨਾਂ ਲੋਕਾਂ ਲਈ ਵੀ ਲਾਹਨਤ ਦਾ ਮੁਕਾਬਲਾ ਜਿਹੜਾ ਇਹਨੂੰ ਆਪਾਂ ਉੱਚਾ ਨਹੀਂ ਉਠਾ ਸਕੇ। ਜੇ ਅੱਜ ਵੀ ਸਾਡੀਆਂ ਬੱਚੀਆਂ ਇਸ ਸੋਚ ਵਿੱਚ ਵੀ ਅਸੀਂ ਜੇ ਦਿਨੇ ਜਾਵਾਂਗੀਆਂ ਤੇ ਸਾਨੂੰ ਆਪਣੇ ਸਰੀਰਕ ਸ਼ੋਸ਼ਣ ਦਾ ਬਾਹਰੋਂ ਡਰ ਆ ਤੇ ਸਾਡੀ ਕਾਹਦੀ ਆਜ਼ਾਦੀ ਆ। ਜੇ ਅੱਜ ਵੀ ਅਸੀਂ ਇਹ ਸੋਚੀਏ ਵੀ ਸਾਡੀਆਂ ਬੀਬੀਆਂ ਬੈਠੀਆਂ ਅੰਦਰ, ਜਿੱਦਾਂ ਝੁੱਗੀਆਂ ਅੰਦਰ ਬੈਠੀਆਂ, ਉਹ ਡਰਦੀਆਂ ਨੇ ਕਿ ਸਾਡੀਆਂ ਬੱਚੇ ਬਾਹਰ ਜਾਣਗੀਆਂ, ਕਿਤੇ ਕੋਈ ਨੁਕਸਾਨ ਨਾ ਹੋ ਜਾਏ, ਸਕੂਲਾਂ ਨੂੰ ਨਾ ਭੇਜੀਏ, ਚੰਗੀ ਐਜੂਕੇਸ਼ਨ ਦਿਓ, ਤੇ ਸਾਡੇ ਲਈ ਇਹ ਵਾਇਸੇ ਲਾਹਨਤ ਗੱਲ ਹੈ। ਮੈਂ ਬੇਨਤੀ ਕਰੂੰਗਾ ਸਰਕਾਰਾਂ ਨੂੰ ਵੀ ਤੇ ਉਹਨਾਂ ਲੋਕਾਂ ਨੂੰ ਵੀ, ਤੁਹਾਡੇ ਰਾਹੀਂ ਮਦਦ ਮੈਂ ਬੇਨਤੀ ਕਰੂੰਗਾ। ਆ ਜਿਹੜੇ ਅਡਾਨੀ, ਅਬਾਨੀ, ਸਾਡੀਆਂ ਸੈਂਟਰ ਦੀਆਂ ਸਰਕਾਰਾਂ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਸੋਚ ਰਹੀਆਂ, ਤੇ ਮੈਂ ਸੋਚਦਾ ਜੇ ਕਿਤੇ 5, 7, 10, 20 ਕਰੋੜ ਇਹਨਾਂ ਲੋਕਾਂ ਤੇ ਲਾ ਦਿੰਦੇ ਤੇ ਤੁਹਾਡੀਆਂ ਗਾਹਾਂ ਆਉਣ ਵਾਲੀਆਂ ਪੁਸ਼ਤਾਂ ਵੀ ਸਵਾਰੀਆਂ ਜਾਂਦੀਆਂ। ਆ ਚੰਦ ਲੋਕਾਂ ਨੂੰ ਠੱਗ ਕੇ ਅਸੀਂ ਆਪਣੇ ਜੇ ਘਰ ਪਾਉਣੇ ਆ, ਕਬਜ਼ਾ ਕਰਨਾ, ਕਬਜ਼ੇਬਾਜ਼ੀ ਨੀਤੀ ਨਹੀਂ, ਪਿਆਰ ਦੇ ਨਾਲ ਇਹਨਾਂ ਲੋਕਾਂ ਨਾਲ ਲੈ ਕੇ ਜੇ ਆਪਾਂ ਸਾਰਿਆਂ ਨੂੰ ਸਵਾਰ ਦਈਏ ਤੇ ਸਾਡਾ ਕਿੰਨਾ ਸੁੰਦਰ ਦੇਸ਼ ਹੋਵੇ, ਕਿੰਨਾ ਸੁੰਦਰ ਉਜਵਲ ਹੋਵੇ, ਕਿੰਨਾ ਸਾਡਾ ਪੰਜਾਬ ਜਿਹੜਾ ਸੁਧਰਿਆ ਤੇ ਸੋਹਣਾ ਲੱਗੇ। ਇਹਨਾਂ ਨੀਤੀਆਂ ਨੂੰ ਲੈ ਕੇ ਚੱਲਣਾ ਚਾਹੀਦਾ। ਤੇ ਮੈਂ ਸੁਨੇਹ ਸਾਹਿਬ ਦਾ ਧੰਨਵਾਦੀ ਹਾਂ, ਉਹਨਾਂ ਦੇ ਚੇਅਰਮੈਨ ਸਾਹਿਬ ਧੰਨਵਾਦੀ ਹਾਂ, ਜਿਨ੍ਹਾਂ ਨੇ ਇਹ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਇਹ ਕਦਮ ਚੁੱਕਿਆ। ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਜਿਹੜੀਆਂ ਸਾਡੇ ਨਾਲ ਜੁੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਮੈਂ ਪ੍ਰੇਰਨਾ ਕਰਾਂ ਵੀ ਜਾਓ ਭਲਿਓ ਮਾਨਸੋ, ਇੱਥੇ ਸਾਡਾ ਬਾਹਰ ਤੁਰੇ ਫਿਰਦੇ ਟੌਰਾਂ ਬਣਾਉਣ ਫੰਕਸ਼ਨ ਕਰਕੇ, ਇਹਨਾਂ ਟੌਰਾਂ 'ਚ ਕੁਛ ਨਹੀਂ ਰੱਖਿਆ ਆ, ਜਾਓ ਉਹਨਾਂ ਨੂੰ ਤੱਕੀ ਆਪਾਂ ਜਿਹੜੇ ਸਲਾਮ ਏਰੀਏ 'ਚ ਨੇ, ਜਿਹਨੂੰ ਬਾਹਰ ਜਾਣ ਲਈ ਲੈਟਰੀਨਾਂ ਤੋਂ ਸੰਕੋਚ ਆ, ਉਹਨਾਂ ਨੂੰ ਹੈ ਹੀ ਨਹੀਂ, ਉਹ ਵਿਚਾਰੇ ਗਰੀਬੀ ਹੰਡਾਉਂਦਾ ਆ। ਬੜੀਆਂ ਬੱਚੀਆਂ ਦੇਖਿਆ ਤਾਤੋਂ ਮੈਂ ਪਰਲੇ ਪਾਸੇ ਗੱਲਾਂ ਕਰਦਾ ਰਿਹਾ, ਜਿਨ੍ਹਾਂ ਦੀ ਸੋਚ ਤਾਂ ਹੈ ਲੇਕਿਨ ਸਾਧਨ ਨਹੀਂ। ਜੇ ਅਸੀਂ ਸਾਧਨ ਕੁਛ ਨਾ ਕੁਛ ਪੈਦਾ ਕਰਕੇ ਦੇ ਦਈਏ ਤੇ ਸਾਡਾ ਇਹ ਸਮਾਜ ਵੀ ਮਹਾਨ ਹੋ ਜਾਏ। ਤੇ ਆ ਜਿਹੜੀਆਂ ਨਾ ਸਿਆਸੀ ਲੜ ਗੱਡੀ ਜੇ ਤੁਰਿਆ ਫਿਰਦੇ ਖਾਮਖਾ, ਇਹਨਾਂ ਵਿੱਚ ਵੀ ਸੁਧਾਰ ਆਊਗਾ। ਉਹ ਆਊਗਾ ਤਦ ਹੀ ਜੇ ਅਸੀਂ ਜਾਗਰੂਕ ਹੋਵਾਂਗੇ। ਸੋ ਮੈਂ ਸਾਰੀਆਂ ਜਾਗਰੂਕ ਸੰਸਥਾਵਾਂ ਨੂੰ ਸਟੈਲਰ ਨਿਊਜ਼ ਦੇ ਥਰੂ ਬੇਨਤੀ ਕਰਨਾ ਚਾਹੁੰਦਾ ਵੀ ਉਹ ਭਲਿਓ ਮਾਨਸੋ, ਉੱਠੋ ਜਾਗੋ, ਸਮਰੱਥਾ ਵਾਲਿਓ। ਜੇ ਅਸੀਂ ਗਰੀਬੀ ਰਲਾ ਲਈਏ ਤਾਂ ਇਹ ਗੁਰਬਾਣੀ ਦੇ ਮੁਤਾਬਕ ਹੀ ਹੋਵੇ, ਜੇ ਨਾ ਹੀ ਸਾਡਾ ਬੇਗਾਨਾ ਵੀ ਕੋਈ ਨਹੀਂ ਰਹੂਗਾ ਤੇ ਜਾਤ ਪਾਤਾਂ ਵੀ ਖਤਮ ਹੋਣਗੀਆਂ ਤੇ ਬਰਾਬਰਤਾ ਵੀ ਆਊਗੀ। ਇਹ ਗੁਰੂ ਨਾਨਕ ਸਾਹਿਬ ਦਾ ਪੈਗਾਮ ਆ। ਇਸ ਪੈਗਾਮ ਨੂੰ ਲੈ ਕੇ ਚੱਲਾਂਗੇ ਤੇ ਸਾਡਾ ਇਹ ਪੰਜਾਬ, ਸਾਡਾ ਇਹ ਪਿੰਡ, ਸਾਡਾ ਇਹ ਦੇਸ਼ ਲੋਕਾਂ 'ਚ ਮਾਣ ਵਾਲਾ ਦੇਸ਼ ਹੋਊਗਾ। ਅਸੀਂ ਆਪਾਂ ਆਪਣੇ ਢਿੱਡਾਂ ਭਰਨੇ ਵਾਲਾ ਸੋਚੀਏ ਲੇਕਿਨ ਲੋਕਾਂ ਨਾਲ ਸੋਚੀਏ। ਇਸ ਆਬਾਦੀ ਵਾਸਤੇ ਸਨੇਹ ਸਾਨੂੰ ਮੈਂ ਯਕੀਨ ਦਹਾਨ ਜਿੰਨਾ ਕੁ ਮੇਰੇ ਰਿਲੇਸ਼ਨ ਆ, ਮੈਂ ਉਹਨਾਂ ਸੰਸਥਾਵਾਂ ਨੂੰ ਪ੍ਰੇਰਨਾ ਜ਼ਰੂਰ ਕਰੂੰਗਾ ਵੀ ਆਓ ਕਿਤੇ ਚੱਲੀਏ, ਜਵਾਲ ਦੇਖੀਏ, ਇਹਨਾਂ ਲੋਕਾਂ ਦੀ ਜ਼ਿੰਦਗੀ ਸਵਾਰੀ। ਕਿਤੇ ਹੋਰ ਵੀ ਮਿਲਦੇ ਹੋਣ ਤਾਂ ਉਹਨਾਂ ਲਈ ਵੀ ਆਪਾਂ ਕੋਈ ਨਾ ਕਰ ਸਕਦੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਨਗਰ 'ਚ ਆਏ ਹੋ ਤੇ ਇਹ ਸਾਡੀ ਆਵਾਜ਼ ਜਿਹੜੀ ਉਹ ਸੰਸਾਰ ਭਰ 'ਚ ਪਹੁੰਚਾਓਗੇ। ਥੈਂਕ ਯੂ, ਲੋਟ ਆਫ ਥੈਂਕਸ। ਇਸ ਐਲੀਮੈਂਟਰੀ ਸਕੂਲ ਦੇ ਪ੍ਰਿੰਸੀਪਲ ਮੈਮ ਦੇ ਨਾਲ ਗੱਲ ਕਰਾਂਗੇ ਕਿ ਬੱਚਿਆਂ ਨੂੰ ਇੱਥੇ ਪੜ੍ਹਾਉਣ ਵਾਸਤੇ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ, ਉਹਨਾਂ ਦੀ ਜਿੰਨੇ ਵੀ ਨੀਡ ਨੇ ਉਹਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾ ਰਿਹਾ ਹੈ ਤੇ ਟੀਚਰਸ ਕਿਸ ਤਰ੍ਹਾਂ ਸਹਿਯੋਗ ਕਰਦੇ ਨੇ ਬੱਚਿਆਂ ਨੂੰ ਪੜ੍ਹਾਉਣ ਲਈ ਤੇ ਕਿੰਨੀਆਂ ਦਿੱਕਤਾਂ ਜਿਹੜੀਆਂ ਆਉਂਦੀਆਂ ਨੇ ਤੇ ਉਹਨਾਂ ਦਾ ਹੱਲ ਕਿਸ ਤਰ੍ਹਾਂ ਹੁੰਦਾ ਹੈ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੈਮ, ਸਭ ਤੋਂ ਪਹਿਲਾਂ ਤਾਂ ਤੁਹਾਡਾ ਨਾਮ ਜਾਣਨਾ ਚਾਹੂੰਗੀ। ਮੇਰਾ ਨਾਮ ਅਵਨਿੰਦਰ ਕੌਰ। ਮੈਂ ਥੋੜ੍ਹੇ ਟਾਈਮ ਤੋਂ ਹੀ ਸਕੂਲ ਦੇ ਵਿੱਚ ਜੁਆਇਨ ਕੀਤਾ, ਮੈਨੂੰ 1 ਹਫ਼ਤਾ ਹੀ ਹੋਇਆ ਔਰ ਮੈਨੂੰ ਪਤਾ ਚੱਲਿਆ ਕਿ ਗੁਰੂ ਨਾਨਕ ਐਜੂਕੇਸ਼ਨਲ ਟਰਸਟ ਜੋ ਇੰਟਰਨੈਸ਼ਨਲ ਐਜੂਕੇਸ਼ਨਲ ਟਰਸਟ ਹੈਗਾ, ਉਹ ਇਸ ਸਕੂਲ ਦੇ ਲਈ ਬਹੁਤ ਐਫਰਟ ਕਰ ਰਿਹਾ ਹੈ। ਮਤਲਬ ਇੱਥੇ ਦੇ ਬੱਚੇ ਜਿਹੜੇ ਆ ਉਹ ਕਾਫੀ ਫੈਸਿਲਿਟੀਜ਼ ਤੋਂ ਵਾਂਝੇ ਹੈਗੇ ਆ, ਉਹਨਾਂ ਨੂੰ ਪੜ੍ਹਨ ਦੇ ਵਿੱਚ ਜਾਂ ਸਕੂਲ ਦੇ ਵਿੱਚ ਆਉਣ 'ਚ ਕਾਫੀ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ। ਔਰ ਇਸ ਸਕੂਲ ਦੇ ਲਈ ਜਿਸ ਤਰ੍ਹਾਂ ਪ੍ਰੀ ਪ੍ਰਾਇਮਰੀ ਵਿੰਗ ਦੇ ਲਈ ਇਹ ਟਰਸਟ ਵੱਲੋਂ ਰੂਮਸ ਬਣਾ ਕੇ ਦਿੱਤੇ ਗਏ ਆ, ਇਹਨਾਂ ਨੂੰ ਫਰਨੀਚਰ, ਡੈਸਕ ਮੁਹੱਈਆ ਕਰਵਾਏ ਗਏ ਆ ਔਰ ਹਰ ਕਲਾਸਰੂਮ ਦੇ ਵਿੱਚ ਬੱਚਿਆਂ ਦੇ ਲਈ ਗ੍ਰੀਨ ਬੋਰਡ, ਵਾਈਟ ਬੋਰਡ ਵਗੈਰਾ ਉਹ ਸਾਰੇ ਲਗਵਾ ਕੇ ਦਿੱਤੇ ਗਏ ਆ। ਔਰ ਇਸ ਤੋਂ ਇਲਾਵਾ ਬੱਚਿਆਂ ਦੀਆਂ ਹੋਰ ਵੀ ਜੋ ਨੀਡਸ ਹੁੰਦੀਆਂ ਆ ਉਹ ਸਾਰੀਆਂ ਇਸ ਟਰਸਟ ਵੱਲੋਂ ਫੁੱਲਫਿਲ ਕੀਤੀਆਂ ਜਾਂਦੀਆਂ। ਜਿਸ ਤਰ੍ਹਾਂ ਗਵਰਨਮੈਂਟ ਵੱਲੋਂ ਪ੍ਰੀ ਪ੍ਰਾਇਮਰੀ ਵਿੰਗ ਦੇ ਲਈ ਜੋ ਯੂਨੀਫਾਰਮਸ ਆ ਉਹ ਨਹੀਂ ਪ੍ਰੋਵਾਈਡ ਹੁੰਦੀਆਂ ਤੇ ਟਰਸਟ ਵੱਲੋਂ ਬੱਚਿਆਂ ਦੇ ਲਈ ਯੂਨੀਫਾਰਮ ਵੀ ਪ੍ਰੋਵਾਈਡ ਕੀਤੀਆਂ ਗਈਆਂ। ਐਨੂਅਲ ਫੰਕਸ਼ਨ ਕੀਤਾ ਜਾਂਦਾ, ਉਹਦੇ 'ਚ ਟਰਸਟ ਵੱਲੋਂ ਬੱਚਿਆਂ ਨੂੰ ਜਿਹੜੇ ਹੈ ਪ੍ਰਾਈਜ਼ ਡਿਸਟ੍ਰੀਬਿਊਟ ਕੀਤੇ ਜਾਂਦੇ ਆ ਔਰ ਇਹਨਾਂ ਦੇ ਘਰ ਘਰ ਜਾ ਕੇ ਵੀ ਇਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਆ ਇਨਫੋਰਮੇਸ਼ਨ ਦੇ ਕੇ ਜਾਂ ਇਹਨਾਂ ਨੂੰ ਅਵੇਅਰਨੈਸ ਦਿੱਤੀ ਜਾਂਦੀ ਹੈ ਕਿ ਜਿਹੜੀ ਸਟੱਡੀ ਉਹ ਕਿੰਨੀ ਇੰਪੋਰਟੈਂਟ ਹੈਗੀ ਆ ਸਾਡੇ ਲਈ
ਔਰ ਜੋ ਵੀ ਬੱਚਿਆਂ ਨੂੰ ਇੱਥੇ ਪ੍ਰੋਬਲਮਸ ਆਉਂਦੀਆਂ ਅਸੀਂ ਇਹਨਾਂ ਦੇ ਨਾਲ ਡਿਸਕਸ ਕਰਦੇ ਹਾਂ, ਤੇ ਉਹ ਹਰ ਤਰ੍ਹਾਂ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਜਾਂ ਉਹਨਾਂ ਨੂੰ ਹਰ ਫੈਸਿਲਿਟੀ ਪ੍ਰੋਵਾਈਡ ਕਰਵਾਉਣ ਦੇ ਲਈ ਸਾਡੀ ਸਾਰੀ ਹੈਲਪ ਕਰਦੇ ਆ। ਔਰ ਅਸੀਂ ਥੈਂਕਫੁਲ ਹੈਗੇ ਹਾਂ ਇਸ ਟਰਸਟ ਦੇ ਕਿ ਉਹ ਜਿਹੜੇ ਉਹ ਬੱਚਿਆਂ ਲਈ ਇੰਨੀ ਹੈਲਪ ਕਰ ਰਹੇ ਆ, ਤਾਂ ਕਿ ਬੱਚੇ ਜਿਹੜੇ ਪੜ੍ਹ ਲਿਖ ਕੇ ਅੱਗੇ ਵੱਧ ਸਕਣ ਔਰ ਆਪਣਾ ਫਿਊਚਰ ਜਿਹੜਾ ਬ੍ਰਾਈਟ ਕਰ ਸਕਣ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪਰਵ ਨੂੰ ਸਮਰਪਿਤ ਗਵਰਨਮੈਂਟ ਵੱਲੋਂ ਸਕੀਮ ਚਲਾਈ ਗਈ ਸੀਗੀ ਕਿ ਅਸੀਂ ਇਹਨਾਂ ਦੇ ਪ੍ਰਕਾਸ਼ ਪਰਵ ਨੂੰ ਸਮਰਪਿਤ 550 ਪੌਦੇ ਲਗਾਈਏ, ਜਿਸ ਦੇ ਚੱਲਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਇੰਟਰਨੈਸ਼ਨਲ ਐਜੂਕੇਸ਼ਨ ਟਰਸਟ ਵੱਲੋਂ ਪਿੰਡ ਅੱਜੋਵਾਲ ਦੇ ਵਿੱਚ ਪੰਚਾਇਤ ਦੇ ਸਹਿਯੋਗ ਦੇ ਨਾਲ ਤੇ ਪੂਰੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਦੇ ਨਾਲ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਵਿੱਤਰ ਜੰਗਲ ਬਣਾਇਆ ਗਿਆ ਹੈ, ਜਿਹਦੇ ਵਿੱਚ 40 ਤਰ੍ਹਾਂ ਦੇ 550 ਪੌਦੇ ਲਗਾਏ ਗਏ ਨੇ। ਤੇ ਇਹਦੇ ਬਾਰੇ ਵੀ ਗੱਲ ਕਰਾਂਗੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਜੀ ਦੇ ਨਾਲ ਕਿ ਇੱਥੇ ਕਿਹੜੇ-ਕਿਹੜੇ ਪਲਾਂਟੇਸ਼ਨ ਕੀਤੀ ਗਈ ਹੈ, ਕਿਹੜੇ-ਕਿਹੜੇ ਪੌਦੇ ਲਗਾਏ ਗਏ ਨੇ ਜੀ। ਅਸੀਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਿਹੜਾ ਪ੍ਰਕਾਸ਼ ਪੁਰਬ ਮਨਾਇਆ ਗਿਆ ਦੁਨੀਆ ਭਰ ਦੇ ਵਿੱਚ, ਤੇ ਗਵਰਨਮੈਂਟ ਵੱਲੋਂ ਇਹ ਸੀਗਾ ਕਿ ਗੁਰੂ ਮਹਾਰਾਜ ਨੇ ਸੋ ਸਾਨੂੰ ਸੰਦੇਸ਼ ਦਿੱਤਾ ਹੈਗਾ, ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ, ਤਾਂ ਕਿ ਅਸੀਂ ਵਾਤਾਵਰਨ ਨੂੰ ਵੀ ਸਾਫ਼ ਰੱਖ ਸਕੀਏ, ਸਾਰਾ ਕੁਝ ਕਰ ਸਕੀਏ। ਤੇ ਉਸ ਸਬੰਧ ਦੇ ਵਿੱਚ 550 ਪਲਾਂਟ ਲਗਾਉਣ ਵਾਸਤੇ ਜੋ ਸਕੀਮ ਬਣੀ ਸੀਗੀ, ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰਸਟ UK ਵੱਲੋਂ ਇਹ ਵੀ ਜਿਹੜੀ ਸੇਵਾ ਅਸੀਂ ਅਡਾਪਟ ਕੀਤੀ ਗਈ। ਇਹਦੇ ਵਿੱਚ ਮਾਨਯੋਗ ਸਤਿੰਦਰ ਸਿੰਘ ਜੀ ਸਰਪੰਚ ਸਾਹਿਬ, ਸਰਦਾਰ ਗਿਆਨ ਸਿੰਘ ਜੀ ਪੰਚ, ਸਰਦਾਰ ਪ੍ਰਧਾਨ ਸਿੰਘ ਜੀ, ਮਹਿੰਦਰ ਸਿੰਘ ਜੀ ਪੰਚ, ਇਹਨਾਂ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਤੇ ਉਹਨਾਂ ਨੇ ਸਾਨੂੰ ਜਿਹੜੀ ਤਕਰੀਬਨ 4 ਕਨਾਲ ਜਗ੍ਹਾ ਹੈ ਉਹ ਇਸ ਗਾਰਡਨ ਵਾਸਤੇ ਦਿੱਤੀ। ਤੇ ਇਹ ਅਸੀਂ ਵਣ ਵਿਭਾਗ, ਜੋ ਜ਼ਿਲ੍ਹਾ ਵਣ ਵਿਭਾਗ ਹੈ, ਉਹਨਾਂ ਦੀ ਸਹਿਯੋਗ ਲੈ ਕੇ ਅਸੀਂ ਇਹ ਜਿਹੜਾ ਹੈਗਾ ਸਥਾਪਿਤ ਕੀਤਾ ਗਿਆ। ਇਹਦੇ ਵਿੱਚ ਇੱਕ ਬੜੀ ਇੰਟਰਸਟਿੰਗ ਹੈ ਕਿ ਜਿਹੜੀ ਜੈਪਨੀਜ਼ ਟੈਕਨੀਕ ਹੈਗੀ ਆ ਉਹ ਅਡਾਪਟ ਕੀਤੀ ਗਈ, ਮਿਆਵਾਕੀ ਟੈਕਨੀਕ ਕਹਿੰਦੇ, ਜਿਹਦੇ ਵਿੱਚ ਕਿ ਵੱਧ ਤੋਂ ਵੱਧ ਪਲਾਂਟਸ ਲਗਾਏ ਜਾਣ ਘੱਟ ਤੋਂ ਘੱਟ ਏਰੀਏ ਦੇ ਵਿੱਚ। ਤੇ ਸਾਡੇ ਲਈ ਬੜਾ ਵੱਡਾ ਇੱਕ ਟਾਸਕ ਸੀਗਾ ਇਹ। ਜਦੋਂ ਇਹ ਸਾਨੂੰ ਜਗ੍ਹਾ ਦਿੱਤੀ ਗਈ, ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ JCB ਦੇ ਨਾਲ ਸਾਰੀ ਜਗ੍ਹਾ ਨੂੰ ਪੱਟਿਆ ਗਿਆ 3 ਫੁੱਟ ਤੱਕ। ਉਸ ਤੋਂ ਬਾਅਦ ਇਹਦੇ ਵਿੱਚ ਜੋ ਹੈਗਾ ਰਿਓ ਪਾਇਆ ਗਿਆ, ਢੇਰ ਪਾਇਆ ਗਿਆ ਔਰ ਤੂੜੀ ਗਲੀ ਹੋਈ, ਪਰਾਲੀ, ਜੋ ਟੈਕਨੀਕ ਦੇ ਵਿੱਚ ਸਾਨੂੰ ਵਣ ਵਿਭਾਗ ਵਾਲਿਆਂ ਨੇ ਸਹਿਯੋਗ ਦਿੱਤਾ, ਅਸੀਂ ਸਾਰਾ ਹੀ ਉਹ ਇਹਦੇ ਵਿੱਚ ਅਸੀਂ ਸਾਰਾ ਕੁਝ ਪਾ ਕੇ ਤੇ 550 ਪਲਾਂਟ ਲਗਾਏ ਗਏ। ਔਰ ਇਹਦੇ ਵਿੱਚ ਜਿਹੜੇ ਪਲਾਂਟਸ ਹੈਗੇ ਆ ਉਹ ਜ਼ਿਆਦਾਤਰ ਇਹ ਆ ਕਿ ਜਿਹੜੇ ਕਿ ਸਾਡੇ ਮੈਡੀਸਨਲ ਪਲਾਂਟਸ ਹੈਗੇ ਆ, ਕਾਫੀ ਸਾਰੇ ਮੈਡੀਸਨਲ ਪਲਾਂਟਸ ਵੀ ਹੈਗੇ ਆ। ਅਸੀਂ ਇਹ ਸਾਰਾ ਕੁਝ ਦੇਖ ਕੇ ਇਸ ਕਰਕੇ ਕੀਤਾ ਵੀ ਤਾਂ ਕਿ ਜਿੱਥੇ ਇਹ ਵਾਤਾਵਰਨ ਨੂੰ ਸ਼ੁੱਧ ਕਰੇ, ਵਾਤਾਵਰਨ ਨੂੰ ਸਾਫ਼ ਕਰੇ, ਉੱਥੇ ਲੋਕ ਕੱਲ੍ਹ ਨੂੰ ਜਦੋਂ ਇਹ ਡਿਵੈਲਪ ਹੋਣਗੇ ਤੇ ਇੱਥੋਂ ਦਵਾਈਆਂ ਵਾਸਤੇ ਵੀ ਉਹ ਯੂਜ਼ ਕਰ ਸਕਣ। ਮੇਨ ਹੁਣ ਮਕਸਦ ਇਹ ਹੈਗਾ ਜੀ, ਅੱਜ ਤੁਸੀਂ ਪਿੱਛੇ ਸਾਰੇ ਦੇਖ ਰਹੇ ਹੋ ਪਲਾਂਟਸ, ਔਰ ਜਿਸ ਤਰੀਕੇ ਦੇ ਨਾਲ ਇਹ ਇਲਾਕੇ ਦੇ ਲੋਕਾਂ ਨੇ ਵੀ ਮਿਹਨਤ ਕੀਤੀ ਹੈ, ਪੰਚਾਇਤ ਦਾ ਵੀ ਸਾਨੂੰ ਸਹਿਯੋਗ ਰਿਹਾ ਹੈਗਾ, ਇਹ ਬਹੁਤ ਅੱਛੀ ਤਰ੍ਹਾਂ ਡਿਵੈਲਪ ਹੋ ਰਿਹਾ। ਹੁਣ ਸਾਡਾ ਸੁਪਨਾ ਹੈ ਕਿ ਅਸੀਂ ਹੋਰ ਇੱਥੇ ਪਲਾਂਟ ਜਿਹੜੇ ਆ ਹੋਰ ਲਗਵਾਏ ਜਾਣ ਤਾਂ ਕਿ ਅਸੀਂ ਇੱਕ ਇਹਨੂੰ ਐਗਜ਼ਾਮਪਲਰੀ ਬਣਾ ਸਕੀਏ। ਉਹਦੇ ਵਾਸਤੇ ਸਾਡੇ ਨਾਲ ਸਰਬਜੀਤ ਸਿੰਘ ਜੀ ਡਾਕਟਰ ਸਾਹਿਬ ਹੈਗੇ ਨੇ, ਜੋ ਕਿ ਆਯੁਰਵੈਦਿਕ ਆਫੀਸਰ ਵੀ ਰਿਟਾਇਰ ਹੋਏ ਨੇ, ਔਰ ਇਹਨਾਂ ਦੇ ਮਨ 'ਚ ਸੀ ਕਿ ਅਸੀਂ ਹੋਰ ਇੱਥੇ ਪਲਾਂਟਸ ਲਗਾਈਏ। ਮੈਂ ਰਿਕੁਐਸਟ ਕਰਾਂਗਾ ਡਾਕਟਰ ਸਾਹਿਬ ਨੂੰ ਕਿ ਉਹ ਜ਼ਰੂਰ ਡਿਟੇਲ ਦੱਸਣ ਕਿ ਇੱਥੇ ਆਪਾਂ ਹੋਰ ਕਿਹੜੇ ਪਲਾਂਟਸ ਆਪਾਂ ਲਗਾ ਸਕਦੇ ਹਾਂ। ਡਾਕਟਰ ਸਰਬਜੀਤ ਸਿੰਘ ਜੀ। ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਟੈਲਰ ਨਿਊਜ਼ ਦਾ। ਬਾਕੀ ਜਾਣਕਾਰੀ ਜਿਹੜੀ ਹੈ ਮੇਰੇ ਤੋਂ ਪਹਿਲਾਂ ਪ੍ਰੋਫੈਸਰ ਬਹਾਦਰ ਸਿੰਘ ਹੋਣੀ ਤੁਹਾਨੂੰ ਦੇ ਚੁੱਕੇ ਨੇ ਕਿ ਇੱਥੇ ਇੱਕ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਜੰਗਲ ਜਿਹੜਾ ਹੈਗਾ ਉਹ ਲਗਾਇਆ ਗਿਆ। ਫਰਦਰ ਜੋ ਸਾਡੇ ਪਾਸ ਇੱਥੇ ਜਗ੍ਹਾ 3-4 ਕਨਾਲ ਪਈ ਹੈ, ਅਸੀਂ ਚਾਹੁੰਦੇ ਹਾਂ ਕਿ ਉੱਥੇ ਮੈਡੀਸਿਨਲ ਪਲਾਂਟਸ ਜਿਹੜੇ ਆ ਉਹ ਲਗਾਏ ਜਾਣ। ਇੱਕ ਤਾਂ ਉਸ ਦੇ ਨਾਲ ਸਾਨੂੰ ਵਧੇਰੇ ਆਕਸੀਜਨ ਮਿਲੇਗੀ, ਦੂਸਰਾ ਹੈਗਾ ਕਿ ਜੋ ਸਾਡੇ ਪੰਛੀ ਹੈਗੇ, ਪਰਿੰਦੇ ਹੈਗੇ ਆ, ਉਹਨਾਂ ਦਾ ਆਸ਼ੀਆਨਾ ਬਣੇਗਾ, ਤੇ ਤੀਸਰਾ ਹੈ ਕਿ ਜਿਹੜੀ ਸਾਡੀ ਪੰਚਾਇਤ ਹੈਗੀ ਇਸ ਪਿੰਡ ਦੀ, ਉਸ ਨੂੰ ਇਸ ਦੇ ਫਰੂਟਸ ਤੋਂ ਕੁਛ ਆਮਦਨ ਵੀ ਹੋ ਜਾਏਗੀ। ਜਿਸ ਤਰ੍ਹਾਂ ਕਿ ਆਪਾਂ ਹਰੜ ਲਗਾਉਂਦੇ ਹੈਗੇ ਆ, ਬੇੜਾ ਲਗਾਉਂਦੇ ਹੈਗੇ ਆ, ਆਮਲਾ ਲਗਾਉਂਦੇ ਹੈਗੇ ਆ, ਅਰਜੁਨ ਲਗਾਉਂਦੇ ਹੈਗੇ ਆ। ਅਰਜੁਨ ਦੀ ਛਾਲ ਦਾ ਤਾਂ ਬਹੁਤ ਮਹੱਤਵ ਹੈਗਾ। ਤੁਹਾਨੂੰ ਪਤਾ ਕਿ ਹਾਰਟ ਵਾਸਤੇ ਹਰ ਕੋਈ ਵੀ ਇਨਸਾਨ ਜਿਹੜਾ ਉਹਨੂੰ ਲੈ ਸਕਦਾ ਹੈਗਾ। ਬੇਸ਼ੱਕ ਵੈਸੇ ਚਾਹ ਦੇ ਵਿੱਚ ਪਾ ਕੇ ਜਿਹੜੀ ਹੈਗੀ ਉਹ ਉਬਾਲ ਕੇ ਪੀ ਲਵੇ, ਉਹ ਬੈਨੀਫੀਸ਼ੀਅਲ ਹੈਗੀ। ਸ਼ਤੂਤ ਹੈਗਾ, ਅੰਜੀਰ ਹੈਗੀ ਆ, ਉਸ ਤੋਂ ਬਾਅਦ ਫਾਲਸਾ ਹੈਗਾ। ਇਹ ਜਿਹੜੇ ਅੰਜੀਰ, ਫਾਲਸਾ, ਸ਼ਤੂਤ, ਗਰੂਨਾ,
ਇਹ ਕਿਸੇ ਵੇਲੇ ਬੜੇ ਸਾਡੇ ਫੇਮਸ ਸੀਗੇ ਔਰ ਬੜੇ ਬੈਨੀਫੀਸ਼ੀਅਲ ਸੀਗੇ ਸਾਡੀ ਸਿਹਤ ਵਾਸਤੇ। ਆਮ ਲੋਕ ਇਹਨਾਂ ਨੂੰ ਖਾਂਦੇ ਸੀਗੇ। ਅਸੀਂ ਵੀ ਛੋਟੇ ਛੋਟੇ ਹੁੰਦੇ ਜਦੋਂ ਸਕੂਲਾਂ 'ਚ ਪੜ੍ਹਦੇ ਹੁੰਦੇ ਸੀਗੇ, ਇਹ ਮਲੇ ਦੀਆਂ ਬੇਰੀਆਂ ਦੇ ਬੇਰ, ਗਰੂਨੇ, ਫਾਲਸੇ, ਅੰਜੀਰਾਂ ਆਮ ਵਿਕਣੀਆਂ ਹੁੰਦੀਆਂ ਸੀ, ਅਸੀਂ ਖਾਂਦੇ ਸੀਗੇ। ਅਤੇ ਗਰਮੀਆਂ ਦੇ ਵਿੱਚ ਸਾਡੇ ਮਿਹਦੇ 'ਚ ਇਹਨਾਂ ਨਾਲ ਗਰਮੀ ਨਹੀਂ ਸੀ ਪੈਂਦੀ ਹੈਗੀ, ਭੁੱਖ ਲੱਗਦੀ ਸੀਗੀ ਪ੍ਰੋਪਰ, ਅਤੇ ਖਾਧਾ ਪੀਤਾ ਜਿਹੜਾ ਹਜਮ ਹੁੰਦਾ ਰਹਿੰਦਾ ਸੀਗਾ, ਚੰਗੀ ਸਿਹਤ ਵਾਸਤੇ ਇਹ ਜਿਹੜੇ। ਲੇਕਿਨ ਹੁਣ ਜਿਹੜੀ ਫਾਸਟ ਫੂਡ ਇੰਡਸਟਰੀ ਦਾ ਇੰਨਾ ਗਲਬਾ ਹੋ ਗਿਆ, ਉਹ ਸਾਡੇ ਪੰਜਾਬ ਨੂੰ ਹੀ ਲੈ ਬੈਠੀ ਪੂਰੇ ਨੂੰ। ਇਸ ਕਰਕੇ ਅਸੀਂ ਜਿਹੜੇ ਹੈਗੇ ਅੱਗੇ ਲੋਕਾਂ ਨੂੰ ਇਹ ਵੀ ਜਾਗਰੂਕ ਕਰਨਾ ਚਾਹੁੰਦੇ ਹਾਂ, ਭਾਈ ਆਪਣੇ ਬੱਚਿਆਂ ਨੂੰ ਇਹ ਜੋ ਫਰੂਟਸ ਜਿਹੜੇ ਹੈਗੇ ਆ ਸਾਡੇ ਰਵਾਇਤੀ ਚੱਲਦੇ ਹੈਗੇ ਆ, ਇਹਨਾਂ ਦੇ ਪ੍ਰਤੀ ਜਾਣਕਾਰੀ ਜ਼ਰੂਰ ਦਿਓ। ਧੰਨਵਾਦ। ਮੈਂ ਵਰਿੰਦਰ ਸਿੰਘ ਪ੍ਰਹਾਰ, ਪ੍ਰੈਜ਼ੀਡੈਂਟ ਹੋਮ ਫॉर ਦੀ ਹੋਮਲੈਸ ਵੈਲਫੇਅਰ ਸੁਸਾਇਟੀ। ਅਸੀਂ ਹੋਮ ਫॉर ਹੋਮਲੈਸ ਵੱਲੋਂ ਹੁਣ ਤੱਕ 36 ਦੇ ਕਰੀਬ ਘਰ ਬਣਾ ਚੁੱਕੇ ਆ, ਇੱਕ ਕਮਰਾ, ਇੱਕ ਕਿਚਨ ਗਰੀਬ ਲੋਕਾਂ ਲਈ, ਤੇ ਅੱਜ 37ਵਾਂ ਘਰ ਸ਼ੁਰੂ ਕਰਵਾਇਆ। ਅਸੀਂ ਜ਼ਿਆਦਾ ਕੰਮ ਕੀਤਾ ਹੈਗਾ ਅਜੋਵਾਲ ਪਿੰਡ, ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ, ਸ਼ਹਿਰ ਦੇ ਨਾਲ ਹੀ ਹੈ, ਸਿਗਲੀਗਰ ਮਹੱਲੇ ਦੇ ਵਿੱਚ। ਤੇ ਉੱਥੇ ਅਤ ਗਰੀਬੀ ਦੇ ਵਿੱਚ 200-250 ਦੇ ਕਰੀਬ ਪਰਿਵਾਰ ਵਸ ਰਹੇ ਹਨ, ਜਿਹੜੇ ਕਿ ਝੌਂਪੜੀਆਂ ਝੁੱਗੀਆਂ ਦੇ ਵਿੱਚ ਹੀ ਰਹਿੰਦੇ ਹਨ, ਕੱਖਖਾਨਿਆਂ ਦੇ ਵਿੱਚ ਹੀ ਰਹਿੰਦੇ ਹਨ। ਤੇ ਅਸੀਂ 2 ਸਾਲ ਪਹਿਲਾਂ ਉਹਨਾਂ ਦੀ ਲਈ ਪਹਿਲਾ ਘਰ ਸ਼ੁਰੂ ਕਰਾਇਆ ਸੀ। ਇੱਕ ਬੱਚਾ, ਤੇ ਜਿਸ ਦੀ ਹਾਲਤ ਅਸੀਂ ਜਦੋਂ ਦੇਖੀ, ਉਹਨੂੰ ਪੁੱਛਿਆ ਕਿ ਕਿੱਥੇ ਰਹਿ ਰਿਹਾ ਤੂੰ, ਤੇ ਉਹਨੇ ਦਿਖਾਈ ਸਾਨੂੰ ਝੌਂਪੜੀ ਇੱਕ ਕੱਖਖਾਨਿਆਂ ਦੀ, ਉੱਤੇ ਤਰਪਾਲ ਪਾਈ ਹੋਈ, ਜਿਸ ਵਿੱਚ 6 ਬੱਚੇ ਤੇ ਉਹਨਾਂ ਦੇ ਮਾਂ-ਬਾਪ ਰਹਿ ਰਹੇ ਸੀ। ਬੇਹੱਦ ਤਰਸਯੋਗ ਹਾਲਤ ਸੀ। ਉਹਨਾਂ ਦੀ ਹਾਲਤ ਨੂੰ ਦੇਖ ਕੇ ਅਸੀਂ ਇਹ ਪ੍ਰੋਜੈਕਟ ਸ਼ੁਰੂ ਕਰਾਇਆ ਸੀ। ਆਪ ਹੀ ਮੈਂ ਉਹਨਾਂ ਦਾ ਘਰ ਬਣਾ ਕੇ ਦਿੱਤਾ ਸੀ ਪਹਿਲਾਂ, ਅਤੇ ਉਸ ਤੋਂ ਬਾਅਦ ਫਿਰ ਹੋਰ ਕਈ ਦਾਨੀ ਸੱਜਣ ਸਾਡੇ ਨਾਲ ਰਲ ਗਏ, ਅਤੇ ਦੇਸ਼ਾਂ ਵਿਦੇਸ਼ਾਂ ਤੋਂ ਕਾਫੀ ਜਿਹੜੇ ਅਨਨੋਨ ਲੋਕ ਸੀ, ਉਹਨਾਂ ਨੇ ਵੀ ਇਸ ਦੇ ਵਿੱਚ ਯੋਗਦਾਨ ਪਾਇਆ। ਅਤੇ ਹੁਣ ਤੱਕ ਅਸੀਂ 36 ਦੇ ਕਰੀਬ ਜ਼ਿਆਦਾ ਉਸ 30 ਤੋਂ ਉੱਪਰ ਘਰ ਉਸ ਮਹੱਲੇ 'ਚ ਹੀ ਬਣਾਏ, ਅਜੋਵਾਲ ਸਿਗਲੀਗਰ ਲੋਕਾਂ ਦੇ। ਅਤੇ ਹੋਰ ਵੀ ਸ਼ਹਿਰ ਦੇ ਵਿੱਚ ਫਿਰ ਦੇਖਿਆ, ਆਸ-ਪਾਸ ਪਿੰਡਾਂ ਵਿੱਚ ਗੜ੍ਹਸ਼ੰਕਰ ਇੱਕ ਲੇਡੀ ਕਿਰਨ ਬਾਲਾ ਨਾਂ ਦੀ, ਜਿਹੜੀ ਕਿ ਆਪਣੇ ਬੱਚੇ ਛੱਡ ਕੇ ਬੇਸਹਾਰਾ, 3 ਬੱਚੇ, ਅਤੇ ਬਾਪ ਉਹਨਾਂ ਦਾ ਪਹਿਲੇ ਹੈ ਨਹੀਂ ਸੀ, ਉਹ ਛੱਡ ਕੇ ਪਾਕਿਸਤਾਨ ਭੱਜ ਗਈ ਸੀ। ਕਾਫੀ ਉਹਦਾ ਕੇਸ ਨਿਊਜ਼ ਦੇ ਵਿੱਚ ਰਿਹਾ, ਅਤੇ ਉਹਨਾਂ ਦਾ ਵੀ ਘਰ ਬਹੁਤ ਖਸਤਾ ਹਾਲਤ ਦੇ ਵਿੱਚ ਸੀ, ਛੱਤ ਡਿੱਗਣ ਵਾਲੀ ਸੀ। ਅਤੇ ਫਿਰ ਪਿਛਲੇ ਸਾਲ ਅਸੀਂ ਉਹਨਾਂ ਦਾ ਵੀ ਘਰ ਬਣਾ ਕੇ ਦਿੱਤਾ। ਅਤੇ ਪ੍ਰੈਫਰੈਂਸ ਅਸੀਂ ਦਿੰਦੇ ਹਾਂ ਕਿ ਵਿਧਵਾ ਔਰਤਾਂ, ਜਿਹੜੀਆਂ ਬੇਸਹਾਰਾ ਔਰਤਾਂ, ਉਹਨਾਂ ਲਈ। ਅਤੇ ਨੰਬਰ 2 'ਤੇ ਅਪਾਹਜ ਲੋਕ ਹੈ, ਨੰਬਰ 3 'ਤੇ ਫਿਰ ਜਿਹੜੇ ਬਿਲਕੁਲ ਹੀ ਡਿੱਗੇ ਆ, ਜ਼ਿਆਦਾ ਬੱਚੇ ਆ ਜਿਨ੍ਹਾਂ ਦੇ, ਔਰ ਜ਼ਿਆਦਾ ਤਰਸਯੋਗ ਹਾਲਤ ਹੈ, ਉਹਨਾਂ ਦੇ ਬਣਾ ਕੇ ਦਿੰਦੇ ਹਾਂ। ਅਤੇ ਅਸੀਂ ਚਾਹੁੰਦੇ ਹਾਂ ਕਿ ਹੋਰ ਵੀ ਸਹਿਯੋਗ ਦਿੱਤਾ ਜਾਵੇ, ਜਿਹੜਾ ਕਿ ਸਾਨੂੰ ਚੰਡੀਗੜ੍ਹ ਏਰੀਏ 'ਚੋਂ ਵੀ ਕਾਫੀ ਸਹਿਯੋਗ ਮਿਲਿਆ, ਅਤੇ ਬਾਕੀ ਫੋਰਨ ਤੋਂ ਕਾਫੀ ਮਿਲਿਆ, ਇੱਥੋਂ ਵੀ ਲੋਕਲ ਹੁਸ਼ਿਆਰਪੁਰ ਸ਼ਹਿਰ ਤੋਂ ਵੀ। ਅਤੇ ਜਿਹੜਾ ਕਿ ਅਸੀਂ ਇਸ ਤਜਰਬੇ ਤੋਂ ਇਹ ਵੀ ਦੇਖਿਆ ਸੀ ਕਿ ਹਜ਼ਾਰਾਂ ਹੀ ਲੋਕ ਬੇਘਰੇ ਹਨ, ਜਿਨ੍ਹਾਂ ਦੇ ਸਿਰ 'ਤੇ ਛੱਤ ਨਹੀਂ, ਝੌਂਪੜੀਆਂ 'ਚ ਰਹਿ ਰਹੇ। ਉਹਨਾਂ ਵੱਲ ਕਦੇ ਕਿਸੇ ਨੇ ਧਿਆਨ ਨਹੀਂ ਦਿੱਤਾ। ਧਿਆਨ ਹਮੇਸ਼ਾ ਵੱਡੀਆਂ ਵੱਡੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ, ਰੈਲੀਆਂ ਦੇ ਵਿੱਚ ਹੀ ਦਿੱਤਾ ਜਾਂਦਾ ਰਿਹਾ। ਅਤੇ ਧਾਰਮਿਕ ਲੋਕ ਵੀ ਜ਼ਿਆਦਾ ਵੇਸਟਫੁਲ ਐਕਟੀਵਿਟੀਜ਼ ਦੇ ਵਿੱਚ ਹੀ ਰਹੇ ਆ ਪਿਛਲੇ ਕਾਫੀ ਸਮੇਂ 'ਚੋਂ, ਜਿਹੜੀਆਂ ਚੀਜ਼ਾਂ ਦਾ ਕੋਈ ਲਾਭ ਹੀ ਨਹੀਂ, ਉਹੀ ਕੰਮ ਉਹਨਾਂ ਨੇ ਕੀਤੇ। ਅਤੇ ਡੇਰੇ ਵਧਾ ਲਏ, ਜ਼ਮੀਨਾਂ ਖਰੀਦ ਲਈਆਂ, ਅਤੇ ਉਹ ਡੇਰਾਬਾਦ ਉੱਪਰੋਂ ਹੀ ਨਹੀਂ ਨਿਕਲਣ ਦਿੱਤਾ ਗਿਆ। ਸਾਡੀ ਪੰਜਾਬ ਦੀ ਬਹੁ ਗਿਣਤੀ ਨੂੰ ਉੱਥੇ ਤੱਕ ਹੀ ਸੀਮਤ ਰੱਖਿਆ। ਅਤੇ ਜਿਹੜਾ ਕਿ ਹੁਣ ਯਕਦਮ ਚੇਂਜ ਹੋ ਰਿਹਾ ਹੈਗਾ, ਇਹ ਜਿਹੜੀ ਸੋਚ ਹੈ ਪਿਛਲੇ ਕੁਝ ਸਾਲ ਤੋਂ, ਜਿਹੜੀ ਨਵੀਂ ਪੀੜ੍ਹੀ ਦੇ ਆਉਣ ਨਾਲ ਕਹਿ ਲਓ, ਜਾਂ ਪੁਰਾਣੀ ਪੀੜ੍ਹੀ ਨੂੰ ਜਿਹੜੇ ਭੈੜੇ ਤਜਰਬੇ ਹੋਏ ਆ, ਉਹਨਾਂ ਨੂੰ ਲੱਗਿਆ ਕਿ ਉਹਨਾਂ ਦਾ ਦਿੱਤਾ ਹੋਇਆ ਦਾਨ ਸਹੀ ਥਾਂ ਨਹੀਂ ਪਹੁੰਚਿਆ, ਅਤੇ ਹੁਣ ਉਹ ਸਿੱਧੇ ਸਾਡੇ ਨਾਲ ਸੰਪਰਕ ਕਰ ਰਹੇ ਆ, ਅਤੇ ਘਰ ਬਣਾਉਣ ਦੇ ਵਿੱਚ ਉਹੋ ਜਿਹੇ ਲੋਕ ਸਹਿਯੋਗ ਦੇ ਰਹੇ। ਅਸੀਂ ਕਹਿੰਦੇ ਹੋਰ ਵੀ ਬਹੁਤ, ਜਿੰਨੇ ਵੀ ਹੋ ਸਕਣ, ਸੈਂਕੜੇ ਜਾਂ ਹਜ਼ਾਰਾਂ ਘਰ ਤੱਕ ਬਣਾਉਣ ਦਾ ਸਾਡਾ ਟੀਚਾ ਹੈਗਾ। ਅਤੇ ਇੱਥੇ ਅਸੀਂ ਪੂਰੀ ਟਰਾਂਸਪੇਰੈਂਸੀ ਰੱਖਦੇ ਹਾਂ। ਜਦੋਂ ਘਰ ਸ਼ੁਰੂ ਕਰਾਈਦਾ, ਫੈਮਿਲੀ ਨਾਲ ਉਹਨੂੰ ਵੀਡੀਓ ਪਾਈ ਦੀ ਹੈ, ਬਾਹਰ ਬੈਠੇ ਬੰਦੇ ਨੂੰ, ਜਾਂ ਇੱਥੇ ਆ ਕੇ ਦੇਖ ਲੈਂਦੇ, ਵੀਡੀਓ ਕਾਲ ਦੇ ਵਿੱਚ ਗੱਲ ਕਰ ਸਕਦੇ ਆ ਉਹਨਾਂ ਨਾਲ। ਫਿਰ ਜਦੋਂ ਘਰ ਦੀ ਨੀਂਹ ਰੱਖੀ ਦੀ ਆ, ਉਸ ਵੇਲੇ ਦਾ ਸਾਰਾ ਉਹਨਾਂ ਨੂੰ ਵੀਡੀਓ ਕਾਲ ਰਾਹੀਂ ਦਿਖਾਇਆ ਜਾਂਦਾ। ਅਤੇ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਘਰ ਦੀ ਪ੍ਰੋਗਰੈਸ ਹੁੰਦੀ ਹੈ, ਉਹ ਵੀ ਉਹਨਾਂ ਨੂੰ ਦੱਸਿਆ ਜਾਂਦਾ।
ਤੇ ਉਸ ਤੋਂ ਬਾਅਦ ਜਦੋਂ ਘਰ ਕੰਪਲੀਟ ਹੋ ਜਾਂਦਾ ਫਿਰ ਉਹਨਾਂ ਨੂੰ ਉਹਦੀ ਫਾਈਨਲ ਪਿਕਚਰ ਦੇ ਦਿੱਤੀ ਜਾਂਦੀ ਹੈ। ਤੇ ਇਸ ਤਰ੍ਹਾਂ ਜਿਹੜਾ ਵੀ ਦਾਨੀ ਸੱਜਣਾ ਉਹਨੂੰ ਪਤਾ ਲੱਗਦਾ ਕਿ ਉਹਦਾ ਪੈਸਾ ਕਿੱਥੇ ਲੱਗਦਾ, ਕਿੱਥੇ ਹੈ। ਤੇ ਇਹ ਵੀ ਹੈ ਕਿ ਇਹ ਘਰ ਅੱਜ ਤੋਂ 2 ਸਾਲ ਬਾਅਦ ਵੀ ਉੱਥੇ ਹੋਏਗਾ, ਉਹਨਾਂ ਦਾ ਦਿੱਤੇ ਹੋਏ ਦਾਨ ਨਾਲ ਬਣਿਆ ਹੋਇਆ। ਅੱਜ ਤੋਂ 10 ਸਾਲ ਵੀ ਬਾਅਦ ਵੀ ਹੋਏਗਾ, 50 ਸਾਲ ਬਾਅਦ ਵੀ ਉੱਥੇ ਹੀ ਹੋਏਗਾ ਉਹ। ਤੇ ਇਸ ਦੇ ਵਿੱਚ ਪੂਰੀ ਪਾਰਦਰਸ਼ਕਤਾ ਹੈ ਤੇ ਦਾਨੀ ਸੱਜਣ ਨੂੰ ਵੀ ਪੂਰੀ ਤਸੱਲੀ ਹੁੰਦੀ ਹੈ ਕਿ ਉਹਨੇ ਕਿਸੇ ਗਰੀਬ ਦਾ ਸਹਾਰਾ ਬਣਿਆ, ਉਹਨੇ ਕਿਸੇ ਗਰੀਬ ਨੂੰ ਛੱਤ ਦਿੱਤੀ ਹੈ, ਉਹਦਾ ਘਰ ਬਣਾਇਆ। ਇਹ ਜਿਹੜੀ ਲਾਈਨ ਫੜੀ ਹੋਈ ਹੈ ਉਹਦੇ ਵਿੱਚ ਹੀ ਕੀਤਾ ਜਾਵੇ। ਤੇ ਵੈਸੇ ਤਾਂ ਸਹਿਯੋਗ ਕਈ ਪਾਸੇ ਕਰੀਦਾ, ਪਰ ਮੇਰੀ ਕੋਸ਼ਿਸ਼ ਹੈ ਕਿ ਜੇ ਬਹੁਤੇ ਪਾਸੇ ਸਹਿਯੋਗ ਕਰਦੇ ਅਸੀਂ ਇਸ ਆਪਣੇ ਮਿਸ਼ਨ ਤੋਂ ਵੀ ਭਟਕ ਜਾਵਾਂਗੇ। ਤੇ ਕੋਸ਼ਿਸ਼ ਇਹੀ ਹੈ ਹੁਣ ਕਿ ਸਿਰਫ ਘਰ ਬਣਾਉਣ ਦਾ ਹੀ ਕੰਮ ਕੀਤਾ ਜਾਵੇ। ਬਾਕੀ ਸੰਸਥਾਵਾਂ ਹਨ, ਕਈ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਹਨ, ਉਹ ਐਜੂਕੇਸ਼ਨ ਦੇ ਕੰਮ ਕਰਦੀਆਂ ਹਨ। ਫਿਰ ਜੇ ਕਿਸੇ ਬੱਚੇ ਦੀ ਪੜ੍ਹਾਈ ਹੁੰਦੀ ਹੈ ਅਸੀਂ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਦੀ ਫੀਸ ਵਗੈਰਾ ਉਹ ਐਜੂਕੇਸ਼ਨਲ ਸੰਸਥਾਵਾਂ ਜਿਹੜੀਆਂ ਹੈਲਪ ਕਰਨ ਵਾਲੀਆਂ ਉਹਨਾਂ ਨੂੰ ਦੇ ਦਈਦੀ ਹੈ। ਤੇ ਹੋਰ ਜਿਹੜੇ ਕਈ ਹੋਰ ਸਮਾਜ ਸੇਵੀ ਸੰਸਥਾਵਾਂ ਹਨ ਜੁੜੀਆਂ ਹੋਈਆਂ, ਜਿਹੜੇ ਰਾਸ਼ਨ ਦੇ ਰਹੇ ਹਨ, ਬੱਚਿਆਂ ਨੂੰ ਕੱਪੜੇ ਲੈ ਕੇ ਦੇ ਰਹੇ ਹਨ, ਸ਼ੂਜ਼ ਲੈ ਕੇ ਦੇ ਰਹੇ ਹਨ। ਕਾਫੀ ਹੈ ਦੁਨੀਆ ਦੇ ਵਿੱਚ, ਕਾਫੀ ਚੰਗੇ ਲੋਕ ਹਨ ਜਿਨ੍ਹਾਂ ਦੇ ਸਿਰ 'ਤੇ ਮੇਰਾ ਖਿਆਲ ਹੈ ਦੁਨੀਆ ਖੜੀ ਹੈ। ਆਪਾਂ ਸਾਰੇ ਨਹੀਂ ਕਹਿ ਸਕਦੇ ਸਭ ਭੈੜੇ ਆ, ਚੰਗੇ ਲੋਕ ਵੀ ਹਨ ਔਰ ਉਹ ਹੈਲਪ ਕਰਦੇ ਹਨ। ਅਸੀਂ ਜਿਹੜਾ ਦੂਜੀ ਹੈਲਪ ਹੈ ਘਰਾਂ ਤੋਂ ਇਲਾਵਾ ਉਹਨਾਂ ਨੂੰ ਦੇ ਦਈਦੀ ਹੈ। ਦ ਸਟੈਲਰ ਨਿਊਜ਼ ਲਈ ਮੁਕਤਾ ਵਾਲੀਆ ਦੇ ਨਾਲ ਕੈਮਰਾਮੈਨ ਜਤਿੰਦਰ ਪ੍ਰਿੰਸ ਦੀ ਰਿਪੋਰਟ।